दरवाजे बाजियले अनहद बाजे। कुंभ कमल जल भरिया जल मेटिया उभा करिया। कहो कबीर जन जानिया जो जानिया तो मन मानिया। कहो कबीर जन जानिया जो जानिया तो मन मानिया। दंडोत बंदन अनक बार सर्ब कला समरथ। डोलन ते राखो प्रभु डोलन ते राखो प्रभु। नानक दे कर हथ। परम सत्कार योग परम सन्मान योग चवर छतर तख्त दे मालिक वालिए कुल आलम सरवरे कायनात बाणी दे बोहित शब्दा अवतार। धन धन गुरु ग्रंथ साहिब जी महाराज तिन्हां दी पावन पवित्र हजूरी दे विच धन धन गुरु तेग बहादुर जी महाराज दे वल्लों वरसोए हुए अस्थान गुरुद्वारा सीस गंज साहिब जी विखे ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤਸੰਗੀ ਜਨੋ ਆਓ। ਕਥਾ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ वाहिगुरु जी की फतेह। सत्संगत जी, अज दा लड़ीवार शब्द आप जी ने इस अस्थान दे बहुत ही सत्कारयोग प्यार वाले हैड ग्रंथी सिंह साहिब ਗਿਆਨੀ ਹਰਨਾਮ ਸਿੰਘ ਜੀ ਖਾਲਸਾ ਤੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਨ ਕੀਤਾ ਹੈ। ਇਹ ਸ਼ਬਦ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਹੈ। ਇਸ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਬਾਬਾ ਕਬੀਰ ਜੀ ਸਾਨੂੰ ਅਗਿਆਨਤਾ ਦੇ ਬਾਰੇ ਦੱਸਦੇ ਹਨ कि अज्ञानी मनुख जिहड़ा वो की कुछ करता है। अज्ञानी मनुख की जिंदगी जिहड़ी है वो किस तरह की है। अज्ञानी मनुख नूं कदी भी सुखां दी प्राप्ति नहीं हो सकती। अज्ञानी मनुख टिक के नींद जिहड़ी है वो नहीं लै सकता। ये पहले बंद दे विच। दूसरा जो रहाओ दा बंद है ਉਹਦੇ ਵਿੱਚ ਬਾਬਾ ਕਬੀਰ ਜੀ ਫਰਮਾਉਂਦੇ ਹਨ ਕਿ ਇਹ ਜੋ ਸਾਡੀ ਰਸਨਾ ਅਗਿਆਨਤਾ ਦੇ ਕਰਕੇ ਹੋਰ ਗੱਲਾਂ ਦੇ ਵਿੱਚ ਫਸੀ ਹੋਈ ਹੈ ਔਰ ਪਰਮਾਤਮਾ ਦਾ ਨਾਮ ਨਹੀਂ ਜਪਦੀ। ਜਦੋਂ ਇਹ ਪਰਮਾਤਮਾ ਦਾ ਨਾਮ ਨਹੀਂ ਜਪਦੀ ਤੇ ਸਾਡੇ ਕੀ ਹਾਲਾਤ ਹੁੰਦੇ ਹਨ। ਦੂਸਰੇ ਬੰਦ ਦੇ ਵਿੱਚ ਰਹਾਉ ਵਾਲੇ ਬੰਦ ਦੇ ਵਿੱਚ ਬਾਬਾ ਕਬੀਰ ਜੀ ਇਹ ਸਮਝਾਉਂਦੇ ਹਨ। फिर अगे चल के बाबा कबीर जी सानू माया की गल दसते हैं कि माया दे विच ग्रसिया होया इंसान, क्योंकि माया भी एक अज्ञानता ही है, माया भी एक हनेरा ही है, माया भी एक
ਉਹ ਇੱਕ ਕਹਿ ਲਓ ਦੀਵਾਰ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਮਿਲਾਪ ਤੋਂ ਰੋਕਦੀ ਹੈ। ਫਿਰ ਅਗਲੇ ਬੰਦ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਦੀ ਗੱਲ ਕਰਦੇ ਹਨ ਕਿ ਤੂੰ ਇਹ ਮਾਇਆ ਇਕੱਠੀ ਕੀਤੀ ਹੈ, ਲੇਕਿਨ ਇਹ ਦੱਸ ਮੈਨੂੰ ਕਿ ਜਦੋਂ ਤੂੰ ਇਸ ਸੰਸਾਰ ਤੋਂ ਚਲਿਆ ਜਾਣਾ ਫਿਰ ਇਸ ਮਾਇਆ ਦਾ ਮਾਲਕ ਕੌਣ ਹੈ? ਕਿਉਂਕਿ ਸਾਰੀ ਉਮਰ ਤੂੰ ਮਾਇਆ ਇਕੱਠੀ ਕਰਨ ਦੇ ਵਿੱਚ ਲਗਾ ਦਿੱਤੀ ਔਰ ਪਰਮਾਤਮਾ ਨੂੰ ਯਾਦ ਕਰਨ ਤੋਂ ਤੂੰ ਅਗਿਆਨੀ ਹੋਇਆ ਰਿਹਾ। ਉਥੋਂ ਤੂੰ ਆਪਣਾ ਜਿਹੜਾ ਬੇਮੁਖਤਾ ਤੂੰ ਜਿਹੜੀ ਹੈ ਬੇਮੁਖ ਹੋਇਆ। ਉਹ ਦੱਸ ਮੈਨੂੰ ਜਿਹੜੀ ਮਾਇਆ ਇਕੱਠੀ ਕੀਤੀ ਹੈ। ਫਿਰ ਆਖਰੀ ਬੰਦ ਦੇ ਵਿੱਚ ਬਾਬਾ ਕਬੀਰ ਜੀ ਸਮਝਾਉਣਗੇ ਸਾਨੂੰ, ਦੇਖ ਆਖਰੀ ਵੇਲੇ ਤੂੰ ਪਰਿਪੂਰਨ ਪਰਮਾਤਮਾ ਦਾ ਨਾਮ ਜਪ। ਇਸ ਰੂਹੇ ਜ਼ਮੀਨ ਤੇ ਤੂੰ ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ। ਇਹੋ ਹੀ ਤੇਰਾ ਜਿਹੜਾ ਨਾਮ ਜਪਿਆ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੇਰਾ ਸਹਾਈ ਹੋਵੇਗਾ। ਇਹ ਸਾਰੇ ਵਿਸ਼ੇ ਬਾਬਾ ਕਬੀਰ ਜੀ ਜਿਹੜੇ ਹਨ ਉਹ ਲੈ ਕੇ ਫਿਰ ਅਖੀਰ ਦੇ ਵਿੱਚ ਨਾਮ ਦੇ ਨਾਲ ਜੋੜਨ ਦੀ ਗੱਲ ਕਰਦੇ ਹਨ। ਆਓ ਸਭ ਤੋਂ ਪਹਿਲਾਂ ਜੋ ਆਰੰਭ ਵਾਲੀਆਂ ਪੰਕਤੀਆਂ ਆਪਾਂ ਰਹਾਉ ਵਾਲੀ ਪੰਕਤੀ ਤੋਂ ਸ਼ੁਰੂਆਤ ਕਰਾਂਗੇ। ਰਹਾਉ ਵਾਲੀ ਪੰਕਤੀ ਦੇ ਵਿੱਚ ਬਾਬਾ ਕਬੀਰ ਜੀ ਫਰਮਾਉਂਦੇ ਹਨ, ਜਉਪੈ ਰਸਨਾ RAM ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਪਹਿਲਾਂ ਅਖਰੀ ਅਰਥ, ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਸ ਜਿਹੜਾ ਰਮਿਆ ਹੋਇਆ ਪਰਮਾਤਮਾ ਹੈ, ਜਿਹੜਾ ਹਰ ਇੱਕ ਦੇ ਵਿੱਚ ਮੌਜੂਦ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਹਰ ਇੱਕ ਦੇ ਵਿੱਚ ਜਿਹੜਾ ਕਣ ਕਣ ਦੇ ਵਿੱਚ ਮੌਜੂਦ ਹੈ, ਕਟ ਕਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਸ ਪਰਮਾਤਮਾ ਦਾ ਤੂੰ ਨਾਮ ਨਹੀਂ ਜਪਦਾ ਤੇ ਤੇਰੇ ਹਾਲਾਤ ਕੀ ਹੈ? ਉਪਜਤ, ਕਦੀ ਤੂੰ ਜੰਮ ਰਿਹਾ ਹੈ, ਕਦੀ ਤੂੰ ਖਤਮ ਹੋ ਰਿਹਾ ਹੈ, ਬਿਨਸ ਰਿਹਾ ਹੈ, ਤੇ ਤੇਰੀ ਜ਼ਿੰਦਗੀ ਜਿਹੜੀ ਆ ਉਹ ਰੋਂਦਿਆਂ ਹੋਇਆਂ ਹੀ ਨਿਕਲ ਰਹੀ ਹੈ। ਹੁਣ ਵਿਚਾਰਨ ਵਾਲੀ ਗੱਲ ਇੱਥੇ, ਕੁਛ ਇਨਸਾਨ ਇਹ ਕਹਿਣਗੇ ਅਸੀਂ ਨਾਮ ਨਹੀਂ ਜਪਦੇ ਪਰ ਸਾਡੇ ਕੋਲ ਪੈਸਾ ਬੜਾ, ਸੌਖੇ ਬੜੇ ਆ। ਦੇਖੋ ਇਹ ਜੋ ਸ਼ਬਦ ਆ ਨਾ, ਇਹਨੂੰ ਤੁਸੀਂ ਸੰਸਾਰੀ ਲੈਵਲ ਤੇ ਨਾ ਲਓ। ਇਹ ਸ਼ਬਦ ਅਧਿਆਤਮਾ ਦੀ ਗੱਲ ਕਰ ਰਿਹਾ, ਅਧਿਆਤਮਕ ਲੈਵਲ ਤੇ। ਅਧਿਆਤਮਕ ਲੈਵਲ ਤੇ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ, ਜਿਹਨੂੰ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ। ਹੁਣ ਕੋਈ ਕਵੇ ਜੀ ਮੈਂ ਨਹੀਂ ਨਾਮ ਜਪਦਾ, ਮੈਂ ਤੇ ਜੀਂਦਾ ਹਾਂ, ਮੈਂ ਤੇ ਮਰਿਆ ਨਹੀਂ। ਲੇਕਿਨ ਬਾਣੀ ਕਹਿੰਦੀ ਹੈ ਕਿ ਤੂੰ ਸਰੀਰਕ ਤਲ ਤੇ ਜੀ ਰਿਹਾ ਹੈ, ਲੇਕਿਨ ਆਤਮਿਕ ਤਲ ਤੇ ਤੂੰ ਮਰਿਆ ਹੋਇਆ। ਮੈਂ ਫਿਰ ਬੇਨਤੀ ਕਰਾਂ, ਇਸ ਸ਼ਬਦ ਨੂੰ ਆਤਮਾ ਦੇ ਤਲ ਤੇ ਆਪਾਂ ਲਵਾਂਗੇ ਫਿਰ ਇਹਦੇ ਅਰਥ ਹੋਣਗੇ। ਜੇ ਅਸੀਂ ਸੰਸਾਰਿਕ ਤਲ ਤੇ ਇਹਦੇ ਅਰਥ ਕਰ ਜਾਵਾਂਗੇ ਤੇ ਫਿਰ ਸ਼ੱਕ ਪੈਦਾ ਹੋ ਜਾਵੇਗਾ ਵੀ ਇਹ ਕਿੱਦਾਂ ਹੋ ਸਕਦਾ। ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਨਿਤਨੇਮ ਨਹੀਂ ਕਰਦੇ। ਉਹ ਕਹਿੰਦੇ ਅਸੀਂ ਤੇ ਕਹਿੰਦੇ ਰੋਜ਼ ਕਹਿੰਦੇ ਜੀਂਦੇ ਹਾਂ, ਅਸੀਂ ਤੇ ਆਪਣਾ ਕੰਮ ਵੀ ਕਰ ਰਹੇ ਹਾਂ, ਅਸੀਂ ਸੁੱਖ ਦੀ ਨੀਂਦ ਵੀ ਸੌਂਦੇ ਹਾਂ। ਕਿਉਂਕਿ ਆਰੰਭ ਵਾਲੀਆਂ ਪੰਕਤੀਆਂ, ਅੰਧਕਾਰ ਸੁੱਖ ਕਬੇ ਨਾ ਸੋਈ ਹੈ। ਜਿਹੜਾ ਅਗਿਆਨੀ ਮਨੁੱਖ ਹੈ ਉਹ ਕਦੀ ਵੀ ਸੌਂ ਨਹੀਂ ਸਕਦਾ। ਪਰ ਗੱਲ ਫਿਰ ਆ ਗਈ ਉਹੀ ਕਿ ਅਸੀਂ ਤੇ ਸੌਂਦੇ ਹਾਂ, ਸਾਨੂੰ ਤੇ ਸਾਡੇ ਕੋਲ ਪੈਸਾ ਵੀ ਹੈ। ਮੈਂ ਫਿਰ ਬੇਨਤੀ ਕਰਾਂ, ਇਸ ਸ਼ਬਦ ਨੂੰ ਸੰਸਾਰਿਕ ਤਲ ਤੇ ਨਹੀਂ, ਇਸ ਸ਼ਬਦ ਨੂੰ ਜਦੋਂ ਅਧਿਆਤਮਾ ਦੇ ਤਲ ਤੇ, ਆਤਮਿਕ ਤਲ ਤੇ ਲਵਾਂਗੇ ਫਿਰ ਇਸ ਸ਼ਬਦ ਦੀ ਜਿਹੜੀ ਖੇਡ ਹੈ ਉਹ ਸਾਨੂੰ ਸਮਝ ਆਵੇਗੀ। ਆਰੰਭ ਵਾਲੀ ਪੰਕਤੀ, ਰਹਾਉ ਵਾਲੀ ਪੰਕਤੀ, ਮਹਾਰਾਜ ਫਰਮਾਉਂਦੇ, ਜਉਪੈ ਰਸਨਾ RAM ਨਾ ਕਹਿਬੋ, ਬਿਨਸਤ ਉਪਜਤ ਬਿਨਸਤ ਰੋਬਤ ਰਹਿਬੋ। ਆਓ ਇਸ ਪੰਕਤੀ ਨਾਲ ਸਾਂਝ ਪਾਈਏ। ਪਰਿਪੂਰਨ ਪਰਮਾਤਮਾ ਨੇ ਨਾ ਇਹ ਜਿਹੜਾ ਸਾਨੂੰ ਸਰੀਰ ਦਿੱਤਾ ਨਾ, ਇਹ ਬੜੀ ਸਰੀਰ ਦੀ ਵਿਚਿੱਤਰ ਖੇਡ ਹੈ ਜੀ। ਇਸ ਸਰੀਰ ਨੂੰ ਜਿਹੜੇ ਪਰਮਾਤਮਾ ਨੇ ਅੰਗ ਲਾਏ ਆ ਨਾ, ਜਿਸ ਕਾਰਜ ਵਾਸਤੇ ਇਹਨਾਂ ਅੰਗਾਂ ਨੂੰ ਸਾਡੇ ਸਰੀਰ ਨਾਲ ਲਾਇਆ ਔਰ ਸਰੀਰ ਨਾਲ ਲਗਾ ਕੇ ਇੱਕ ਢਾਂਚਾ ਬਣਾ ਕੇ ਇਸ ਰੂਹੇ ਜ਼ਮੀਨ ਤੇ ਆਏ ਹੈ, ਜੇ ਅਸੀਂ ਉਹਨਾਂ ਅੰਗਾਂ ਨੂੰ ਜਿਸ ਕਾਰਜ ਵਾਸਤੇ ਲਗਾਇਆ ਉਸ ਕਾਰਜ ਵਾਸਤੇ ਨਾ ਵਰਤੀਏ ਤੇ ਸਾਡਾ ਰੂਹੇ ਜ਼ਮੀਨ ਤੇ ਆਉਣਾ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਇੱਕ ਜੁਆਰੀ ਜਿਹੜਾ ਹੈ ਉਹ ਪੈਸੇ ਹਾਰ ਕੇ ਜਿਹੜਾ ਹੈ ਉਹ ਆ ਰਿਹਾ ਹੈ। ਇਸੇ ਤਰ੍ਹਾਂ ਅਸੀਂ
ਜੇਕਰ ਆਪਣੇ ਅੰਗਾਂ ਨੂੰ, ਹੁਣ ਦੇਖੋ ਸਾਡੇ ਅੱਖਾਂ ਹਨ, ਇਹਨਾਂ ਅੱਖਾਂ ਦੇ ਨਾਲ ਅਸੀਂ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰਨੇ ਹਨ। ਇਹ ਜਿਹੜੇ ਸਾਡੇ ਕੰਨ ਹਨ, ਇਹਨਾਂ ਸਾਰਿਆਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ। ਅੱਜ ਮਹਾਰਾਜ ਜਿਸ ਇੰਦਰੇ ਦੀ ਗੱਲ ਕਰ ਰਹੇ ਹਨ, ਉਹ ਇੰਦਰਾ ਹੈ ਰਸਨਾ, ਉਹ ਇੰਦਰਾ ਹੈ ਜਿਹਵਾ, ਜਿਹਨੂੰ ਆਪਾਂ ਜੀਭ ਵੀ ਕਹਿ ਦਿੰਦੇ ਹਾਂ। ਬਾਣੀ ਵਿੱਚ ਇਹਨੂੰ ਜਿਹਵਾ ਕਰਕੇ ਵੀ ਕਿਹਾ ਗਿਆ, ਵਾਵੇ ਦੇ ਨਾਲ ਵੀ ਹੈ ਤੇ ਬੱਬੇ ਦੇ ਨਾਲ ਵੀ ਇਹਨੂੰ ਕਿਹਾ, ਜਿਹਵਾ ਵੀ ਕਿਹਾ, ਜਿਹਵਾ ਵੀ ਕਿਹਾ, ਰਸਨਾ ਵੀ ਕਿਹਾ। ਮਹਾਰਾਜ ਅੱਜ ਉਸ ਇੰਦਰੇ ਦੀ ਬਾਬਾ ਕਬੀਰ ਜੀ ਗੱਲ ਕਰਦੇ, ਕਹਿੰਦੇ ਜੇਕਰ ਤੂੰ ਇਸ ਰਸਨਾ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਨਾ ਜਪਿਆ ਤੇ ਤੇਰੇ ਹਾਲਾਤ ਕੀ ਹੋਣਗੇ। ਉਪਜਤ ਬਿਨਸਤ ਰੋਬਤ ਰਹਿਬੋ। ਮੈਂ ਬੇਨਤੀ ਕਰ ਰਿਹਾ ਸੀਗਾ, ਜਿਹੜਾ ਅੰਗ ਜਿਸ ਕਾਰਜ ਲਈ ਦਿੱਤਾ ਗਿਆ ਹੈ, ਜੇ ਉਹ ਅੰਗ ਉਸ ਕਾਰਜ ਲਈ ਵਰਤਿਆ ਜਾਵੇ ਤੇ ਸਿੱਖ ਦੀ ਅਵਸਥਾ ਬਣ ਸਕਦੀ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ। ਉਹ ਪਰਮਾਤਮਾ ਦੀ ਪ੍ਰਾਪਤੀ, ਪਰਮਾਤਮਾ ਦੇ ਨਜ਼ਦੀਕ ਉਹ ਹੋ ਸਕਦਾ ਜਿਸ ਅੰਗ ਦੀ ਵਰਤੋਂ ਜਿਸ ਕਾਰਜ ਵਾਸਤੇ ਪਰਮਾਤਮਾ ਨੇ ਦਿੱਤੀ ਹੈ। ਜੇਕਰ ਉਹ ਸਹੀ ਤਰੀਕੇ ਨਾਲ, ਦੇਖੋ ਹਰ ਇੱਕ ਕੰਮ ਦੀ ਕੋਈ ਨਾ ਕੋਈ ਮਰਿਆਦਾ ਹੈ। ਜਦੋਂ ਅਸੀਂ ਮਰਿਆਦਾ ਤੋਂ ਬਾਹਰ ਹੁੰਨੇ ਆ ਤੇ ਫਿਰ ਉਹ ਇੱਕ ਨੁਕਸਾਨ ਹੁੰਦਾ ਹੈ, ਹੋਰ ਇਸ ਤੋਂ ਵੱਧ ਹੋਰ ਕੁਝ ਨਹੀਂ। ਜੇ ਅਸੀਂ ਕਹਿ ਲਈਏ ਕਿ ਮਰਿਆਦਾ ਤੋਂ ਬਾਹਰ ਜਾ ਕੇ ਸਾਨੂੰ ਕੋਈ ਫਾਇਦਾ ਹੋ ਜਾਵੇਗਾ, ਤੇ ਮਹਾਰਾਜ ਕਹਿੰਦੇ ਕਿ ਮਰਿਆਦਾ ਤੋਂ ਬਾਹਰ ਹੋ ਕੇ ਚੱਲੇਗਾ ਤੇ ਤੇਰੇ ਉਹ ਹਾਲਾਤ ਹੈ ਜਿਸ ਤਰ੍ਹਾਂ ਇੱਕ ਦਰਿਆ ਦਾ ਪਾਣੀ ਚੱਲ ਰਿਹਾ ਹੈ। ਉਹ ਦਰਿਆ ਦਾ ਪਾਣੀ ਜਦੋਂ ਕਿਨਾਰਿਆਂ ਨੂੰ ਆ ਕੇ ਮਾਰਦਾ ਹੈ, ਕਿਨਾਰਿਆਂ ਦੇ ਨਾਲ ਆ ਕੇ ਟਕਰਾਉਂਦਾ ਹੈ, ਉਹ ਕਿਨਾਰਿਆਂ ਨੂੰ ਆਪਣੇ ਵਿੱਚ ਲੈ ਜਾਂਦਾ ਹੈ। ਉਹਨਾਂ ਕਿਨਾਰਿਆਂ ਤੇ ਉੱਗੇ ਹੋਏ ਬੂਟੇ, ਉਹਨਾਂ ਬੂਟਿਆਂ ਨੂੰ ਵੀ ਉਹਨਾਂ ਦੀਆਂ ਜੜ੍ਹਾਂ ਨੂੰ ਜਿਹੜਾ ਪਤਲਿਆਂ ਕਰਕੇ ਆਪਣੇ ਵਿੱਚ ਸਮਾ ਲੈਂਦਾ ਤੇ ਉਹ ਨੁਕਸਾਨ ਕਰ ਦਿੰਦਾ ਹੈ। ਕਿਉਂਕਿ ਮਰਿਆਦਾ ਸ਼ਬਦ ਹੀ ਬਣਿਆ ਸੰਸਕ੍ਰਿਤ ਭਾਸ਼ਾ ਦੇ ਮਰੀਆ ਸ਼ਬਦ ਤੋਂ। ਮਰੀਆ ਸ਼ਬਦ ਦਾ ਆਖਰੀ ਅਰਥ ਹੈ ਦੋ ਕਿਨਾਰਿਆਂ ਦੇ ਵਿੱਚ ਚੱਲਣਾ। ਜਦੋਂ ਸਮੁੰਦਰ ਦਾ ਪਾਣੀ ਦੋ ਕਿਨਾਰਿਆਂ ਨੂੰ ਛੱਡ ਕੇ ਉਹਨਾਂ ਕਿਨਾਰਿਆਂ ਤੋਂ ਬਾਹਰ ਹੁੰਦਾ, ਆਪਣਾ ਵੀ ਨੁਕਸਾਨ ਕਰਦਾ ਤੇ ਸੰਸਾਰ ਦਾ ਵੀ ਨੁਕਸਾਨ ਕਰਦਾ। ਤੇ ਮਹਾਰਾਜ ਇਸੇ ਕਰਕੇ ਕਹਿੰਦੇ ਆ, ਭੈ ਵਿੱਚ ਚੱਲੇ ਲੱਖ ਦਰਿਆਓ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਇਹ ਪਰਮਾਤਮਾ ਦੇ ਡਰ ਦੇ ਵਿੱਚ, ਮਰਿਆਦਾ ਦੇ ਵਿੱਚ ਹਨ, ਉਨੀ ਦੇਰ ਤੱਕ ਇਹ ਸਾਡਾ ਫਾਇਦਾ ਕਰ ਰਹੇ ਹਨ। ਜਦੋਂ ਇਹ ਮਰਿਆਦਾ ਤੋਂ ਬਾਹਰ ਹੁੰਦੇ ਹਨ, ਇਸੇ ਤਰ੍ਹਾਂ ਜਿਹੜੀ ਸਾਡੀ ਰਸਨਾ ਹੈ, ਇਸ ਰਸਨਾ ਦਾ ਕਾਰਜ ਕੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ। ਅਸੀਂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਬਚਨ ਲੈ ਲਈਏ। ਮਹਾਰਾਜ ਫਰਮਾਉਂਦੇ, ਉਹਦੇ ਵਿੱਚ ਮਹਾਰਾਜ ਰਸਨਾ ਦੇ ਇੰਦਰੇ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ। ਇਹ ਰਸਨਾ ਦੇ ਨਾਲ ਤੂੰ ਪਰਮਾਤਮਾ ਦੇ ਗਾਣੇ ਗਾ, ਇਸ ਰਸਨਾ ਦੇ ਨਾਲ ਪਰਮਾਤਮਾ ਦੀ ਸਿਫਤ ਕਰ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ। ਇਹਨਾਂ ਕੰਨਾਂ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਸੁਣ। ਸ਼ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਇੱਕ ਥਾਂ ਤੇ ਮਹਾਰਾਜ ਦਾ ਬਚਨ ਹੈ, ਸ਼ਬਦੇ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਿਤ ਨਿਤ ਹੋਏ ਖੁਆਰ। ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਨਾ ਜਪਦੀ, ਮਹਾਰਾਜ ਕਹਿੰਦੇ ਆ ਉਹਦੇ ਵੱਲੋਂ ਬੋਲਿਆ ਹੋਇਆ ਹਰ ਬੋਲ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਤੂੰ ਖੁਆਰ ਹੋ ਰਿਹਾ। ਸ਼ਬਦੇ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਤੇ ਮਹਾਰਾਜ ਕਹਿੰਦੇ ਆ, ਨਾਨਕ ਫਿੱਕਾ ਬੋਲਿਆ। ਇਹ ਵੀ ਤੇ ਰਸਨਾ ਦਾ ਹੀ ਕੰਮ ਹੈ ਨਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਦੇਖੋ ਕਹਿੰਦੇ ਇੱਕ ਰਸਨਾ ਦੇ ਦੁਆਰਾ ਤੂੰ ਗਲਤ ਬੋਲ ਬੋਲਿਆ ਤੇ ਬੋਲਿਆ ਤੇ ਰਸਨਾ ਦੇ ਦੁਆਰਾ, ਲੇਕਿਨ ਉਸ ਬੋਲ ਨੇ ਤੇਰੇ ਤਨ ਤੇ ਮਨ ਦੇ ਵਿੱਚ ਵੀ ਕਹਿੰਦੇ ਜਿਹੜਾ ਫਿੱਕਾਪਨ ਜਿਹੜਾ ਉਹ ਪੈਦਾ ਕਰ ਦਿੱਤਾ। ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਤਨ ਤੇ ਮਨ। ਇੱਕ ਹੋਰ ਪ੍ਰਮਾਣ ਅੱਗੇ ਚਲੀਏ ਆਪਾਂ,
ਮਹਾਰਾਜ ਗੁਰੂ ਅਰਜੁਨ ਦੇਵ ਜੀ ਮਹਾਰਾਜ ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਬੜਾ ਪਿਆਰਾ ਉਹਨਾਂ ਦਾ ਬਚਨ ਹੈ। ਮਹਾਰਾਜ ਕਹਿੰਦੇ ਹੇ ਰਸਗੇ, ਹੇ ਜਿਹਬੇ, ਕਹਿੰਦੇ ਹੇ ਰਸਾਂ ਨੂੰ ਪ੍ਰਾਪਤ ਕਰਨ ਵਾਲੀ ਰਸਨਾ, ਹੇ ਜਿਹਬੇ, ਕਹਿੰਦੇ ਤੂੰ ਕੀ ਕਰਦੀ ਪਈ ਐ? ਮਦਰ ਪ੍ਰੈ ਤੁਯੰਗ, ਤੇ ਤੇਰੇ ਹਾਲਾਤ ਕੀ ਆ? ਸਤ ਹਤਯੰਗ, ਜਦੋਂ ਸੱਚ ਦੀ ਗੱਲ ਕਰਨੀ ਹੈ ਉਦੋਂ ਤੈਨੂੰ ਮੌਤ ਪੈ ਜਾਂਦੀ ਹੈ। ਸਤ ਹਤਯੰਗ, ਜਦੋਂ ਸੱਤ ਦੀ ਗੱਲ ਕਰਨੀ ਹੈ, ਜਦੋਂ ਸੱਚ ਦੀ ਗੱਲ ਕਰਨੀ ਹੈ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਤੇ ਉਸ ਸਮੇਂ ਤੈਨੂੰ ਮੌਤ ਪੈ ਜਾਂਦੀ ਹੈ। ਹੇ ਜਿਹਬੇ, ਹੇ ਰਸਗੇ, ਮਧੁਰ ਪ੍ਰੈ ਤੁਯੰਗ, ਸਤ ਹਤਯੰਗ, ਪਰਮ ਬਾਦੰਗ, ਤੇ ਜਦੋਂ ਕਿਸੇ ਦੀ ਚੁਗਲੀ ਕਰਨੀ, ਲੜਾਈ ਕਰਨੀ ਹੈ, ਉਦੋਂ ਤੂੰ ਇਦਾਂ ਚੱਲਦੀ ਹੈ, ਤੂੰ ਕਿਸੇ ਨੂੰ ਪੁੱਛਦੀ ਵੀ ਨਹੀਂ ਕਿ ਮੈਂ ਰੁਕਣਾ ਕਿੱਥੇ ਹੈ। ਮਹਾਰਾਜ ਕਹਿੰਦੇ ਸਤ ਹਤਯੰਗ, ਪਰਮ ਬਾਦੰਗ। ਫਿਰ ਮਹਾਰਾਜ ਕਹਿੰਦੇ ਆ ਅਵਰਤ ਇਸੇ ਸੁਧ ਅਸ਼ਰਨੇ, ਤੂੰ ਇਦਾਂ ਕਰ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪ। ਕਹਿੰਦੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪੇਂਗੀ ਨਾ, ਜਿਹੜਾ ਆਪ ਸ਼ੁੱਧ ਹੈ, ਜਦੋਂ ਉਹਦਾ ਨਾਮ ਜਪੇਂਗੀ ਤੂੰ ਆਪ ਵੀ ਸ਼ੁੱਧ ਹੋ ਜਾਵੇਂਗੀ। ਮਹਾਰਾਜ ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਤੇਰੀ ਰਸਨਾ ਜਦੋਂ ਪਰਮਾਤਮਾ ਦਾ ਨਾਮ ਜਪੇਂਗਾ ਨਾ, ਇਹ ਤੇਰੀ ਰਸਨਾ ਤੇ ਜਿਹੜਾ ਗੰਦ ਪਿਆ ਹੋਇਆ ਨਾ, ਇਸੇ ਨੂੰ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਆਨੰਦ ਸਾਹਿਬ 'ਚ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ। ਦੇਖੋ ਤੂੰ ਤੇ ਲੈਣਾ ਸੀ ਸਵਾਦ ਪਰਮਾਤਮਾ ਦੇ ਨਾਮ ਦਾ, ਪਰੰਤੂ ਦੁਨੀਆ ਦੀਆਂ ਗੱਲਾਂ, ਦੁਨੀਆ ਦੀਆਂ ਨਿੰਦਾ, ਦੁਨੀਆ ਦੀਆਂ ਚੁਗਲੀਆਂ ਦੇ ਵਿੱਚ ਤੂੰ ਜਿਹੜੀ ਹੈ ਖਚਤ ਹੋਈ ਹੈ। ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨੀ ਦੇਰ ਤੱਕ ਤੂੰ ਹਰੀ ਦੇ ਰਸ ਦੇ ਨਾਲ ਨਹੀਂ ਨਾ ਜੁੜੇਂਗੀ, ਉਤਨੀ ਦੇਰ ਤੱਕ ਤੇਰੀ ਪਿਆਸ ਜਿਹੜੀ ਹੈ ਨਾ, ਉਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਉਹ ਨਹੀਂ ਮਿਟੇਗੀ। ਤੇ ਇੱਕ ਵਿਦਵਾਨ ਪਤਾ ਕੀ ਲਿਖਦਾ, ਕਹਿੰਦਾ ਇਹ ਜ਼ਬਾਨ ਸਾਡੀ ਐਸੀ ਹੈ, ਇਸ ਜ਼ਬਾਨ ਨੂੰ ਕਿਤੇ ਮਰਿਆਦਾ ਦੇ ਵਿੱਚ ਚਲਾ ਤੇ ਪਰਮਾਤਮਾ ਦੇ ਨਾਲ ਨਜ਼ਦੀਕੀ ਹੋ ਜਾਵੇਗੀ। ਜਦੋਂ ਇਹ ਜ਼ਬਾਨ ਤੇਰੀ ਮਰਿਆਦਾ ਤੋਂ ਬਾਹਰ ਗਈ ਤੇ ਕਈ ਵਾਰ ਤੇਰੇ ਸਿਰ ਦੇ ਵਿੱਚ ਛਿੱਤਰ ਵੀ ਪੈ ਜਾਣਗੇ, ਕਈ ਵਾਰ ਤੇਰੇ ਸਿਰ ਦੇ ਵਿੱਚ ਛਿੱਤਰ ਵੀ ਪੈ ਜਾਣਗੇ। ਹੁਣ ਉਹ ਅਦੀਬ ਅੱਗੇ ਜਾ ਕੇ ਲਿਖਦਾ, ਕਹਿੰਦਾ ਇੱਕ ਇਨਸਾਨ ਨੇ ਕੀ ਕੀਤਾ, ਆਪਣੀ ਜ਼ਬਾਨ ਦੇ ਨਾਲ ਲੋਕਾਂ ਨੂੰ ਗਾਲਾਂ ਕੱਢੀਆਂ। ਹੁਣ ਲੋਕਾਂ ਨੂੰ ਗਾਲਾਂ ਕੱਢੀਆਂ, ਉਸ ਲੋਕਾਂ ਨੇ ਜਾ ਕੇ ਪੰਚਾਇਤ ਨੂੰ ਦੱਸਿਆ ਕਿ ਆਹ ਕੁਛ ਮੇਰੇ ਨਾਲ ਹੋਇਆ, ਮੈਨੂੰ ਮਾੜੇ ਬੋਲ ਬੋਲੇ। ਹੁਣ ਸ਼ਾਮ ਨੂੰ ਜਦੋਂ ਪੰਚਾਇਤ ਇਕੱਠੀ ਹੋਈ ਤੇ ਪੰਚਾਇਤ ਨੇ ਇਹ ਥੋੜ੍ਹੀ ਕਿਹਾ ਕਿ ਜ਼ਬਾਨ ਬਾਹਰ ਕੱਢ, ਜਿਸ ਜ਼ਬਾਨ ਨਾਲ ਬੋਲਿਆ ਇਹਦੇ ਛਿੱਤਰ ਪੈਣੇ, ਛਿੱਤਰ ਤੇ ਸਿਰ ਵਿੱਚ ਪੈਣੇ। ਉਹ ਅਦੀਬ ਲਿਖਦਾ ਜੇਬਾ ਬੋਲਣ ਹਾਰੀਐ, ਬੋਲੇ ਆਲ ਪਤਾਲ। ਹੁਣ ਸ਼ਾਮ ਪਈ, ਤੂੰ ਤਾਂ ਅੰਦਰ ਵੜ ਗਈ, ਜੇਬਾ ਤੇ ਅੰਦਰ ਵੜ ਗਈ। ਜੇਬਾ ਬੋਲਣ ਹਾਰੀਐ, ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ। ਛਿੱਤਰ ਸਹਿ ਕਪਾਲ, ਛਿੱਤਰ ਤੇ ਤੇਰੇ ਸਿਰ ਵਿੱਚ ਪੈਣੇ ਆ, ਰਸਨਾ ਨੂੰ ਨਹੀਂ ਪੈਣੇ। ਬਸ ਗੱਲ ਕੀ ਹੈ, ਮਹਾਰਾਜ ਇੱਥੇ ਫਰਮਾਉਂਦੇ ਹੈ ਜੋ ਪੇ ਰਸਨਾ ਰਾਮ ਨਾ ਕਹਿਬੋ। ਇੱਥੇ ਤੇ ਆਵਾਜ਼ ਆ ਰਹੀ ਹੈ ਇੱਕ ਦੂ ਜੀਬੋ, ਲੱਖ ਹੋਏ ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆਂ ਚੜੀਆ ਹੋਏ, ਇਹਨਾਂ ਪੌੜੀਆਂ ਤੇ ਚੜ ਤੇ ਉਸ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋ ਜਾਵੇ, ਉਹਦੇ ਨਾਲ ਤੂੰ ਇੱਕਮਿਕ ਹੋ ਜਾਵੇ, ਉਹਦੇ ਨਾਲ ਤੂੰ ਇੱਕਮਿਕ ਹੋ ਜਾਵੇਂ। ਮਹਾਰਾਜ ਕਹਿੰਦੇ ਇੱਕ ਦੂ ਜੀਬੋ, ਲੱਖ ਹੋਏ ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆਂ ਚੜੀਆ ਹੋਏ 21 ਇੱਕ ਈਸ਼ਵਰ ਦੇ ਨਾਲ ਤੇਰਾ ਮਿਲਾਪ ਹੋ ਜਾਵੇ। ਜੋ ਪੇ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਬਤ ਰਹਿਬੋ ਸਾਰੀ ਉਮਰ। ਤੇਰਾ ਇਹੋ ਹੀ ਹਾਲ ਹੈ, ਤੂੰ ਜੰਮਣਾ ਹੈ, ਤੂੰ ਮਰਨਾ ਹੈ ਤੇ ਤੂੰ ਰੋਂਦਿਆਂ ਹੀ ਤੇਰਾ ਸਾਰੀ ਉਮਰ ਜਿਹੜੀ ਹੈ ਉਹ ਨਿਕਲ ਜਾਣੀ ਹੈ, ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ। ਤੇ ਗੁਰੂ ਰਾਮਦਾਸ ਜੀ ਮਹਾਰਾਜ ਪਤਾ ਕੀ ਕਹਿੰਦੇ,
ਕਹਿੰਦੇ ਜਿਹਵਾ ਏਕ, ਕਹਿੰਦੇ ਰੱਬਾ ਮੈਨੂੰ ਇੱਕ ਜ਼ੁਬਾਨ ਦਿੱਤੀ ਹੈ। ਜਿਹੜੇ ਪਰਮਾਰਥ ਤੇ ਚੱਲਣ ਵਾਲੇ ਮਹਾਪੁਰਸ਼ ਹਨ, ਜਿਨ੍ਹਾਂ ਨੇ ਪਰਮਾਰਥ ਨੂੰ ਕਮਾਇਆ, ਉਹ ਕਹਿੰਦੇ ਰੱਬਾ ਇੱਕੋ ਹੀ ਜ਼ੁਬਾਨ ਦਿੱਤੀ ਹੈ, ਕਿਤੇ ਹੋਰ ਜ਼ੁਬਾਨਾਂ ਵੀ ਦੇ ਦਿੰਦਾ, ਇੰਨੇ ਤੇਰੇ ਗੁਣ ਮੈਂ ਕਿੱਦਾਂ ਗਾਵਾਂ। ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਮਾਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੇਰਾ ਅੰਤ ਮੈਂ ਕਿੱਦਾਂ ਕਹਿੰਦੇ ਲਵਾਂ। ਕਹਿੰਦੇ ਮੇਰੀ ਜ਼ੁਬਾਨ ਇੱਕ ਹੈ, ਤੇਰੇ ਗੁਣ ਇਤਨੇ ਹੈ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ, ਜੋਪੇ ਰਸਨਾ ਰਾਮ ਨਾ ਕਹਿਬੋ। ਇੱਕ ਸਾਖੀ ਨਾਲ ਜੋੜਦੇ ਹਾਂ ਆਪ ਜੀ ਨੂੰ। ਮਹਾਭਾਰਤ ਦੀ ਜੰਗ ਦਾ ਕਾਰਨ ਕੀ ਸੀਗਾ? ਇੱਕ ਜ਼ੁਬਾਨ ਹੀ ਸੀਗੀ, ਅੰਧੇ ਦਾ ਪੁੱਤਰ ਅੰਨਾ, ਬਸ ਆਹੋ ਹੀ ਸੀਗਾ। ਦ੍ਰੋਪਦੀ ਨੇ ਕਿਹਾ ਅੰਨੇ ਦਾ ਪੁੱਤਰ ਅੰਨਾ, ਤੇ ਚੇਲਿਆਂ ਦੇ ਕੋਲੋਂ ਗੁਰੂ ਨੂੰ ਵੀ ਤੀਰਾਂ ਨਾਲ ਬਿੰਨ ਦਿੱਤਾ ਗਿਆ। ਇੱਥੋਂ ਤੱਕ ਹਾਲਾਤ ਹੋਏ ਸੀਗੇ। ਚੇਲੇ ਨੇ ਗੁਰੂ ਨੂੰ ਤੀਰਾਂ ਦੇ ਨਾਲ ਵਿੰਨ ਦਿੱਤਾ। ਇਤਨਾ ਜੰਗ ਹੋਇਆ ਸਿਰਫ ਕਿਉਂਕਿ ਗੱਲ ਚੱਲ ਰਹੀ ਹੈ ਜ਼ੁਬਾਨ ਦੀ। ਇਸ ਜ਼ੁਬਾਨ ਨੂੰ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਚਲਾਵਾਂਗੇ, ਉਸ ਪਰਮਾਤਮਾ ਦਾ ਨਾਮ ਜਪਾਂਗੇ, ਉਸ ਪਰਮਾਤਮਾ ਦੇ ਗੁਣ ਗਾਵਾਂਗੇ ਨਾ, ਤੇ ਫਿਰ ਅਸੀਂ ਪਰਮਾਰਥ ਦੇ ਰਸਤੇ ਤੇ ਚੱਲ ਸਕਦੇ ਹਾਂ। ਮਹਾਰਾਜ ਫਰਮਾਉਂਦੇ, ਜੋਪੇ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੂਬਤ ਰਹਿਬੋ। ਆਰੰਭ ਵਾਲੀਆਂ ਪੰਕਤੀਆਂ ਮਹਾਰਾਜ ਫਰਮਾਉਂਦੇ, ਅੰਧਕਾਰ ਸੁਖ ਕਬੇ ਨਾ ਹੋਈ ਹੈ, ਰਾਜਾ ਰੰਕ ਦੋ ਊ ਮਿਲ ਰੋਈ ਹੈ। ਰਾਜਾ ਰੰਕ, ਇਹਦੇ ਅੱਖਰੀ ਅਰਥ ਕਰ ਦਈਏ ਪਹਿਲਾਂ। ਅਗਿਆਨਤਾ ਦੇ ਵਿੱਚ ਫਸਿਆ ਹੋਇਆ ਮਨੁੱਖ ਕਦੀ ਵੀ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸੁੱਖ ਦੇ ਅੱਖਰੀ ਅਰਥ ਇੱਥੇ ਜੇ ਆਨੰਦ ਕਰੀਏ, ਉਹ ਆਨੰਦ ਜਿਹਨੂੰ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ। ਅਗਿਆਨਤਾ ਦੇ ਵਿੱਚ ਪਿਆ ਹੋਇਆ ਮਨੁੱਖ ਕਦੀ ਵੀ ਆਨੰਦ ਦੀ ਪ੍ਰਾਪਤੀ, ਸੁਖੀ ਜੀਵਨ ਜਿਹੜਾ ਉਹ ਨਹੀਂ ਬਤੀਤ ਕਰ ਸਕਦਾ। ਰਾਜਾ ਰੰਕ ਦੋ ਮਿਲ ਰੋਈ ਹੈ। ਰਾਜਾ ਤੇ ਰੰਕ ਦੀ ਆਪਾਂ ਅੱਗੇ ਜਾ ਕੇ ਅਰਥ ਕਰਾਂਗੇ। ਜਿਹੜਾ ਰਾਜਾ ਅਸੀਂ ਕਹਿੰਦੇ ਹਾਂ ਇਹ ਉਹ ਰਾਜਾ ਨਹੀਂ ਹੈ, ਇਹਦੇ ਅੱਗੇ ਜਾ ਕੇ ਹੋਰ ਅਰਥ ਕਰਾਂਗੇ। ਅੰਧਕਾਰ ਸੁਖ ਕਬੇ ਨਾ ਸੋਈ ਹੈ। ਲੋ ਜੀ, ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨਾ ਇੱਕ ਸ਼ਬਦ ਦੇ ਨਾਲ ਸਾਡੇ ਸਾਹਮਣੇ ਨਾ ਦ੍ਰਿਸ਼ਟਾਂਤ ਪੇਸ਼ ਕਰਦੇ ਆ। ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਆ, ਕਹਿੰਦੇ ਮੂਰਖਾ, ਕੱਖਾਂ ਦਾ ਤੂੰ ਕਹਿੰਦੇ ਘਰ ਬਣਾਇਆ। ਕੱਖਾਂ ਦਾ ਕੀ ਬਣਾਇਆ? ਘਰ ਬਣਾਇਆ। ਕੱਖਾਂ ਦਾ ਘਰ ਬਣਾ ਕੇ ਉਹਦੇ ਵਿੱਚ ਤੂੰ ਕਹਿੰਦੇ ਅੱਗ ਬਾਲ ਦਿੱਤੀ। ਕਹਿੰਦੇ ਦੋ ਕੰਮ ਕੀਤੇ ਅਗਿਆਨਤਾ ਕਰਕੇ। ਕੱਖਾਂ ਦਾ ਘਰ ਸੀਗਾ, ਨਹੀਂ ਪਤਾ ਸੀਗਾ ਇਹਨੇ ਸੜ ਜਾਣਾ। ਕਿਉਂ ਨਹੀਂ ਪਤਾ ਸੀ? ਕਿਉਂਕਿ ਅਗਿਆਨੀ ਸੀ, ਅੰਧਕਾਰ ਸੀਗਾ, ਹਨੇਰਾ ਸੀਗਾ, ਤੇ ਤੂੰ ਵਿੱਚ ਕਹਿੰਦੇ ਅੱਗ ਬਾਲ ਦਿੱਤੀ। ਕਹਿੰਦੇ ਹੁਣ ਅੱਗ ਤੇ ਬਾਲੀ ਹੈ, ਹੁਣ ਤੂੰ ਦੂਸਰਾ ਕੰਮ ਕੀ ਕੀਤਾ? ਆਪ ਉਹਦੇ ਵਿੱਚ ਜਾ ਕੇ ਬਹਿ ਗਿਆ। ਤੈਨੂੰ ਆਵਾਜ਼ਾਂ ਮਾਰੀਆਂ ਵੀ ਉੱਠ ਕੇ ਬਾਹਰ ਆ ਜਾ, ਤੇ ਤੂੰ ਆਕੜ ਕੇ ਜਿੱਦ ਕਰਕੇ ਉੱਥੇ ਬੈਠਾ ਪਿਆ। ਅਗਿਆਨਤਾ ਦੇ ਕਰਕੇ ਨਹੀਂ ਸਮਝ ਕੇ ਮੈਂ ਸੜ ਜਾਵਾਂਗਾ। ਹੁਣ ਇਹ ਘਰ ਕਿਹੜਾ ਹੈਗਾ? ਇਹ ਘਰ ਹੈ ਸਾਡਾ ਸਰੀਰ। ਇਹਦੇ ਵਿੱਚ ਅੱਗ ਕਿਹੜੀ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਤੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਨਾ, ਮਹਾਰਾਜ ਕਹਿੰਦੇ ਸਿੱਖਾ, ਇੱਕ ਅੱਗ ਦੀ ਨਦੀ ਹੋਵੇ ਤੇ ਮੈਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਿਆ ਕੇ ਬੁਝਾ ਦੇਵਾਂ। ਤੇਰਾ ਭਲਾ ਹੋ ਜੇ, ਤੇਰੇ ਅੰਦਰ 4-4 ਨਦੀਆਂ ਅੱਗ ਦੀਆਂ ਚੱਲ ਰਹੀਆਂ। ਗੁਰੂ ਨਾਨਕ ਦੇਵ ਜੀ ਦਾ ਬਚਨ। ਮਹਾਰਾਜ ਕਹਿੰਦੇ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਪਵੇ ਦੱਜੇ ਨਾਨਕਾ, ਤਰੀਆ ਕਰਮੀ। ਆ ਅੱਗ ਬਾਲੀ ਅੰਦਰ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੱਖਾਂ ਦਾ ਘਰ ਬਣਾਇਆ ਤੇ ਉਹਦੇ ਥੱਲੇ ਕਹਿੰਦੇ ਅੱਗ ਬਾਲਤੀ, ਫਿਰ ਅੱਗ ਬਾਲ ਕੇ ਹਟਿਆ ਨਹੀਂ, ਉਹਦੇ ਵਿੱਚ ਆਪ ਬੈਠਾ, ਜਿੱਦ ਕਰਕੇ ਬੈਠਾ ਕਿ ਮੈਂ ਇਹ ਘਰ ਨੂੰ ਨਹੀਂ ਛੱਡਣਾ। ਤੇ ਮਹਾਰਾਜ ਕਹਿੰਦੇ ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿਸ ਘਰ ਨੂੰ ਛੱਡ ਕੇ ਚਲਿਆ ਜਾਣਾ, ਬਜ਼ੁਰਗ ਹੋਵੇ 90 ਸਾਲ ਦਾ, ਡਾਕਟਰਾਂ ਨੇ ਦਿੱਤਾ ਹੋਵੇ ਜਵਾਬ, ਤੇ ਪੋਤੇ ਪੋਤੀਆਂ ਨੂੰ ਕਹਿੰਦਾ ਮੇਰੇ ਤੋਂ ਪੈਸੇ ਲੈ ਲਓ ਤੇ ਮੇਰੀ ਜਾਨ ਬਚਾ ਦਿਓ। 90 ਸਾਲ ਦੀ ਉਮਰ ਹੋਵੇ, ਸਾਰੇ ਸੁੱਖ ਮਾਣ ਲਏ ਹੋਣ, ਧੀਆਂ ਪੁੱਤਰ ਵਿਆਹ ਲਏ ਹੋਣ, ਤੇ ਕਹਿੰਦਾ ਮੈਂ ਨਹੀਂ ਮਰਨਾ ਚਾਹੁੰਦਾ, ਜੋ ਘਰ ਛੱਡ ਗਵਾਵਨਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਵਰਤਨਾ ਤਿਸ ਕੀ ਚਿੰਤਾ, ਜਿੱਥੇ ਜਾ ਕਰਕੇ ਤੂੰ ਪਹੁੰਚਣਾ ਉਹਦੀ ਤੇ ਤੈਨੂੰ ਕਹਿੰਦੇ ਕੋਈ ਚਿੰਤਾ ਹੀ ਨਹੀਂ। ਕਹਿੰਦੇ ਫਿਰ ਮਹਾਰਾਜ ਕਹਿੰਦੇ ਅੱਗ ਬਾਲੀ, ਫਿਰ ਆਪ ਬੈਠਾ। ਫਿਰ ਮਹਾਰਾਜ ਕਹਿੰਦੇ ਛਾਤੀ ਨੂੰ ਚੌੜਾ ਕਰ ਕਰਕੇ ਤੂੰ ਕੀ ਕਹਿੰਦੇ ਪ੍ਰਾਪਤ ਕੀਤਾ। 5 ਦੂਤ ਜਿਹੜੇ ਆ ਨਾ ਉਹ ਤੇਰੇ ਮੋਢਿਆਂ ਤੇ ਕਹਿੰਦੇ ਖੜੇ ਐ, ਤੇ ਤੇਰੇ ਵਾਲਾਂ ਨੂੰ ਕਹਿੰਦੇ ਫੜ ਕੇ ਹਿਲਾ ਰਹੇ ਐ, ਵਾਲਾਂ ਨੂੰ ਫੜ ਕੇ, ਕੇਸਾਂ ਨੂੰ ਫੜ ਕੇ ਹਿਲਾ ਰਹੇ ਆ। ਤੇ ਅੱਗੇ ਮਹਾਰਾਜ ਕਹਿੰਦੇ ਤੈਨੂੰ ਦਿਖਦੇ ਨਹੀਂ, ਕਹਿੰਦੇ ਕਿਉਂਕਿ ਤੂੰ ਅੰਨਾ ਤੇ ਅਗਿਆਨੀ ਹੈ, ਤੈਨੂੰ ਦਿਖਦੇ ਨਹੀਂ, ਤੂੰ ਕਿਹੜੇ ਨਸ਼ੇ ਦੇ ਵਿੱਚ ਕਹਿੰਦੇ ਸੁੱਤਾ ਹੋਇਆ। ਕਹਿੰਦੇ ਅੰਧਕਾਰ ਸੁਖ ਕਬੇ ਨਾ ਸੋਈ ਹੈ, ਤੂੰ ਨਸ਼ੇ ਦੇ ਵਿੱਚ ਸੁੱਤਾ ਹੋਇਆ। ਮਹਾਰਾਜ ਦਾ ਬਚਨ ਹੈ, ਤ੍ਰਿਣ ਕੋ ਮੰਦਰ ਸਾਜ ਸਵਾਰਿਓ। ਤ੍ਰਿਣ ਸਮਝਦੇ ਆ ਨਾ, ਘਾਹ ਫੂਸ। ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੇ ਜਰਾਵਤ ਹੈ। ਐਸੇ ਗੜ ਮਹਿ ਐਠ ਹਟੀਲੇ, ਫੂਲ ਫੂਲ ਕਿਆ ਪਾਵਤ ਹੈ। ਕਹਿੰਦੇ ਛਾਤੀ ਨੂੰ ਚੌੜਾ ਕਰ ਕਰਕੇ ਬੈਠਾ, ਐਠ ਮੈਨੇ ਜਿੱਦ ਦੇ ਨਾਲ, ਕਹਿੰਦਾ ਮੈਂ ਨਹੀਂ ਛੱਡਣਾ, ਐਠ ਹਟੀਲੇ, ਹੱਠ ਕਰਕੇ ਬੈਠਾ ਹੋਇਆ। ਐਸੇ ਗੜ ਮੇ ਐਠ ਹਟੀਲੇ, ਫੂਲ ਫੂਲ ਕਿਆ ਪਾਵਤ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਕਹਾ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਤਬ ਕੈਸੇ ਦਿਨ ਭੁੱਲਿਆ। ਉਹ ਦਿਨ ਕਹਿੰਦੇ ਤੂੰ ਕਿੱਦਾਂ ਭੁੱਲ ਗਿਆ, ਜਿੱਦਣ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ, ਹੁਣ ਤੂੰ ਕਹਿੰਦੇ ਛਾਤੀ ਚੌੜੀ ਕਰ ਕਰਕੇ ਕਹਿੰਦੇ ਘੁੰਮ ਰਿਹਾ। ਫਿਰ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ, ਪੰਚ ਦੂਤ ਮੂਡ ਪਰ ਠਾਡੇ, ਕੇਸ ਗਹਿ ਫੇਰਾਵਤ ਹੈ। ਪੰਜ ਦੂਤ ਮੂਡ ਮੈਨੇ ਸਿਰ, ਠਾਡੇ ਮੈਨੇ ਉਹ ਤੇਰੇ ਖੜੇ ਹੋਏ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੇਰੇ ਮੋਢਿਆਂ ਤੇ ਖੜੇ ਆ। ਲੇਕਿਨ ਕੇਸ ਗਹਿ ਫੇਰਾਵਤ ਹੈ। ਕਹਿੰਦੇ ਆਵੇ ਦ੍ਰਿਸ਼ ਨਾ ਅੰਧ ਅਗਿਆਨੀ, ਸੋਏ ਰਹਿਓ ਮਦ ਮਾਵਤ ਹੈ। ਓਏ ਕਹਿੰਦੇ ਅੰਨੇ ਤੇ ਅਗਿਆਨੀ ਮਨੁੱਖ, ਤੈਨੂੰ ਦਿਖਦਾ ਨਹੀਂ ਪਿਆ, ਕਹਿੰਦੇ ਕਿਹੜੇ ਨਸ਼ੇ ਦੇ ਵਿੱਚ ਤੂੰ ਸੁੱਤਾ ਪਿਆ। ਇਹ ਜਿਹੜਾ ਘਰ ਬਣਾਇਆ ਤੂੰ ਕਹਿੰਦੇ ਘਾਹ ਫੂਸ ਦਾ, ਇਹਨੇ ਵੀ ਸੜ ਜਾਣਾ ਤੇ ਤੈਨੂੰ ਵੀ ਨਾਲ ਸਾੜ ਦੇਣਾ। ਉਹਨਾਂ ਨੇ ਕਹਿੰਦੇ ਮਹਾਰਾਜ ਕਹਿੰਦੇ ਅੰਧਕਾਰ ਸੁਖ ਕਬਹੇ ਨਾ ਸੋਈ ਹੈ। ਤੁਸੀਂ ਆਸਾ ਕੀ ਵਾਰ ਦਾ ਕੀਰਤਨ ਸੁਣ ਕੇ ਗਏ ਹੋ, ਤੇ ਮੈਂ ਸੋਚ ਰਿਹਾ ਸੀ ਆਸਾ ਕੀ ਵਾਰ ਦਾ ਕੱਲਾ ਕੱਲਾ ਬਚਨ ਸਾਡੀ ਅਗਿਆਨਤਾ ਨੂੰ ਦੂਰ ਕਰਦਾ। ਤੇ ਮੈਂ ਇੱਕ ਥਾਂ ਤੇ ਬੇਨਤੀ ਕੀਤੀ ਸੀ, ਕਿਤੇ ਆਸਾ ਕੀ ਵਾਰ ਦੀ ਕਥਾ ਟਿਕ ਕੇ ਸੁਣ ਲਓ, ਜਾਂ ਤੇ ਸਿੱਖੀ ਛੱਡ ਦੋਗੇ ਤੇ ਜਾਂ ਫਿਰ ਪੱਕੇ ਸਿੱਖ ਬਣ ਜਾਓਗੇ, ਦੋਨੋਂ ਪਾਸੇ। ਕਿਉਂਕਿ ਮਨ ਜਿਹੜਾ ਨਾ ਉਹ ਫਿਰ ਜਦੋਂ ਸੱਟ ਲੱਗਣੀ ਆ ਤੇ ਫਿਰ ਸੋਚਣਾ ਮੈਂ ਕੀ ਕੁਛ ਕਰਦਾ ਰਿਹਾ। ਕਿਤੇ ਆਸਾ ਕੀ ਵਾਰ ਦਾ ਕੀਰਤਨ ਟਿਕ ਕੇ ਸੁਣ ਲਵੋ, ਪਤਾ ਲੱਗੇ ਅਸੀਂ ਕਿੱਥੇ ਖੜੇ ਆ। ਮੈਂ ਬੇਨਤੀ ਕਰਾਂ ਇੱਕ ਬਚਨ ਆਸਾ ਕੀ ਵਾਰ ਦਾ ਅਗਿਆਨਤਾ ਦਾ। ਮਹਾਰਾਜ ਕਹਿੰਦੇ ਆ, ਜੇ ਮੁਹਾਕਾ ਘਰ ਮੁਹੇ, ਬਜ਼ੁਰਗ ਚੜ੍ਹਾਈ ਕਰ ਗਿਆ ਤੇ ਸਾਲ ਬਾਅਦ ਲੱਗਾ ਸਰਾਧ ਕਰਨ, ਕਿਉਂਕਿ ਅਗਿਆਨੀ ਹੈ। ਕਹਿੰਦਾ ਵਿਚਾਰਾ ਸਾਲ ਦਾ ਭੁੱਖਾ, ਉਹਨੂੰ ਕੰਬਲ ਵੀ ਦੇ ਦਿਓ, ਰਜਾਈ ਵੀ ਦੇ ਦਿਓ, ਚਾਦਰ ਵੀ ਦੇ ਦਿਓ, ਪੈਰ ਵੀ ਨੰਗੇ, ਜੁੱਤੀਆਂ ਵੀ ਪਹੁੰਚਾ ਦਿਓ ਉਹਦੇ ਕੋਲ। ਤੇ ਮਹਾਰਾਜ ਕਹਿੰਦੇ ਆ, ਇਹ ਜਿਹੜਾ ਤੂੰ ਸਮਾਨ ਖਰੀਦ ਕੇ ਲਿਆਇਆ ਨਾ, ਇਹਦੇ ਵਿੱਚ ਗਵਾਂਢੀਆਂ ਦੇ ਪੈਸੇ ਵੀ ਪਏ ਹੋਏ ਆ, ਜਿਹੜੇ ਤੂੰ ਬੇਈਮਾਨੀ ਕੀਤੀ ਹੈ ਤੇ ਚੋਰੀ ਕੀਤੀ ਹੈ।
ਤੇ ਜਿਹੜੇ ਗੁਆਂਢੀਆਂ ਦੇ ਬੰਦੇ ਉੱਪਰ ਪਹਿਲਾਂ ਗਏ ਹੋਏ ਨਾ, ਉਹਨਾਂ ਨੇ ਇਹ ਸਮਾਨ ਪਛਾਣ ਲੈਣਾ ਤੇ ਉਹਨਾਂ ਨੇ ਤੈਨੂੰ ਕਹਿੰਦੇ ਚੋਰ ਕਹਿ ਦੇਣਾ। ਜੇ ਮੁਹਾਕਾ ਘਰ ਮੋਹੇ ਕਰ ਮੋਹੇ ਪਿਤਰੀ ਦੇ, ਅੱਗੇ ਵਸ ਸਿੰਝਾਣੀਆਂ ਪਿਤਰੀ ਚੋਰ ਕਰੇ। ਤੇ ਮਹਾਰਾਜ ਕਹਿੰਦੇ ਵੱਡੀਏ ਹੱਥ ਦਲਾਲ ਦੇ, ਉਹਦੇ ਹੱਥ ਕਹਿੰਦੇ ਵੱਡੇ ਜਾਣ। ਮੈਂ ਆਪ ਜੀ ਨੂੰ ਇੱਕ ਸਾਖੀ ਦੇ ਨਾਲ ਜੋੜਾਂ। ਇੱਕ ਪਰਿਵਾਰ ਕਹਿੰਦਾ ਵੀ ਆਪਾਂ ਨਾ ਸ਼ਰਾਧ ਕਰਨਾ, ਤੇ ਮੇਰੇ ਵਰਗਾ ਜਿੱਦੀ ਸੀ ਤੇ ਕਹਿੰਦਾ ਬਾਪੂ ਸ਼ਰਾਧ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਜਿਹੜੇ ਪੁਰਾਣੇ ਬਜ਼ੁਰਗ ਹੈ ਉਹ ਨੌਜਵਾਨੀ ਦੀ ਮੰਨਦੇ ਥੋੜੇ ਹੀ ਹੈਗੇ ਆ। ਕਹਿੰਦੇ ਜਾ ਕਾਕਾ ਤੂੰ ਨਵਾਂ ਨਵਾਂ ਪ੍ਰਚਾਰਕ ਬਣਿਆ, ਆਪਣਾ ਕੰਮ ਕਰ, ਅਸੀਂ ਸ਼ਰਾਧ ਕਈ ਸਾਲਾਂ ਤੋਂ ਸਾਡੇ ਬਜ਼ੁਰਗ ਕਰਦੇ ਆ ਰਹੇ ਆ, ਅਸੀਂ ਤੇ ਕਰਨਾ ਹੀ ਕਰਨਾ। ਚਲੋ ਉਹ ਵਿਚਾਰਾ ਚੁੱਪ ਕਰਕੇ ਇੱਕ ਪਾਸੇ ਬੈਠ ਗਿਆ। ਹੁਣ ਸ਼ਰਾਧ ਖਾਣ ਵਾਸਤੇ ਪੰਡਤ ਵੀ ਆਇਆ, ਸ਼ਰਾਧ ਖਾਣ ਵਾਸਤੇ ਬ੍ਰਾਹਮਣ ਵੀ ਆਇਆ, ਸ਼ਰਾਧ ਖਾਣ ਵਾਸਤੇ ਗਿਆਨੀ ਵੀ ਆਇਆ ਗੁਰਦੁਆਰੇ ਦਾ। ਸਾਰੇ ਆਏ, ਉਹਨਾਂ ਨੇ ਸ਼ਰਾਧ ਖਾਧਾ। ਸ਼ਰਾਧ ਦੇ ਵਿੱਚ ਪੂੜੀਆਂ ਵਗੈਰਾ ਸਾਰਾ ਕੁਝ ਬਣਾਇਆ ਤੇ ਨਾਲ ਮਿੱਠਾ ਵੀ ਪਾਇਆ। ਤੇ ਉਹਨਾਂ ਨੇ ਹੱਥ ਧੋ ਕੇ ਜਦੋਂ ਜਾਣ ਲੱਗੇ ਤੇ ਉਹ ਜਿਹੜਾ ਨੌਜਵਾਨ ਸੀ ਨਾ, ਕਹਿੰਦਾ ਬਾਪੂ ਸਾਡੇ ਕੋਲੋਂ ਗਲਤੀ ਹੋ ਗਈ। ਕਹਿੰਦਾ ਤੂੰ ਨਹੀਂ ਹਟਣਾ ਸਾਡੀਆਂ ਗਲਤੀਆਂ ਕੱਢਣ ਤੋਂ, ਦੱਸ ਹੁਣ ਕੀ ਹੋ ਗਿਆ। ਕਹਿੰਦਾ ਤੁਹਾਨੂੰ ਪਤਾ ਜਿਹੜਾ ਬਜ਼ੁਰਗ ਮਰਿਆ ਸੀ ਉਹਨੂੰ ਸ਼ੂਗਰ ਸੀ। ਕਹਿੰਦੇ ਹਾਂ ਸ਼ੂਗਰ ਨਾਲ ਮਰਿਆ, ਤੇ ਤੁਸੀਂ ਤੇ ਇਹਨੂੰ ਕਹਿੰਦੇ ਖੰਡ ਆਪਣੇ ਉਹ ਖੀਰ ਖਵਾ ਦਿੱਤੀ ਹੈ ਤੇ ਉਹਦੀ ਤੇ ਵਿਚਾਰੇ ਦੀ ਸ਼ੂਗਰ ਵੱਧ ਗਈ ਹੈ। ਇਹਨਾਂ ਨੂੰ ਘਰ ਵਿੱਚ ਬਿਠਾਓ, ਮੈਂ ਡਾਕਟਰ ਨੂੰ ਸੱਦ ਕੇ ਲਿਆਉਣਾ, ਇਹਨਾਂ ਦੇ ਇਨਸੂਲਿਨ ਦਾ ਟੀਕਾ ਲਾਉਣਾ। ਉਹ ਪੰਡਤ ਨੇ ਜਦੋਂ ਸੁਣਿਆ, ਵਿਚਾਰੇ ਨੇ ਬੋਦੀ ਕਮਾਈ, ਲੂੰਗੀ ਚੱਕੀ ਤੇ ਕੰਨ ਤੋਂ ਛਾਲ ਮਾਰੀ, ਉਹ ਤੇ ਦੌੜ ਗਿਆ, ਫਸ ਗਿਆ। ਮੇਰੇ ਵਰਗਾ ਗਿਆਨੀ ਜਿਹੜਾ ਮੋਟਾ ਸੀਗਾ, ਉਹ ਕੋ ਨਾ ਕੰਧ ਟੱਪ ਹੋਵੇ ਤੇ ਨਾ ਉਹ ਕੋ ਦੌੜ ਹੋਵੇ। ਤੇ ਮਹਾਰਾਜ ਕਹਿੰਦੇ ਜੇ ਮੁਹਾਕਾ ਘਰ ਮੋਹੇ ਕਰ ਮੋਹੇ ਪਿਤਰੀ ਦੇ, ਅੱਗੇ ਵਸ ਸਿੰਝਾਣੀਆਂ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਦੇ। ਇੱਦਾਂ ਦੇ ਦਲਾਲਾਂ ਦੇ ਹੱਥ ਵੱਡੇ ਜਾਣ, ਜਿਹੜੇ ਕਹਿੰਦੇ ਆ ਸਾਡਾ ਖਾਧਾ ਹੋਇਆ ਉਹ ਕਹਿੰਦੇ ਪਿਤਰਾਂ ਤੱਕ ਕਹਿੰਦੇ ਪਹੁੰਚ ਜਾਣਾ। ਇੱਕ ਹੋਰ ਪ੍ਰਮਾਣ ਦਿਆਂ, ਪੜ੍ਹ ਪੁਸਤਕ ਸੰਧਿਆ ਬਾਦੰਗ। ਦੁਨੀਆ ਕਹਿੰਦੀ ਸੀ ਕਿਤਾਬਾਂ ਪੜ੍ਹ ਪੜ੍ਹ ਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ, ਬਿਲਕੁਲ ਨਹੀਂ ਹੋਣੀ। ਪੜ੍ਹ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸੁਮਾਦੰਗ, ਮੁਖ ਝੂਠ ਵਿਪੂਖਨ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਾਟੰਗ, ਦੋ ਧੋਤੀ ਬਸਤਰ ਕਪਾਟੰਗ। ਮਹਾਰਾਜ ਕਹਿੰਦੇ ਜੇ ਜਾਨਸ ਬ੍ਰਹਮੰ ਕਰਮੰਗ, ਜੇ ਤੂੰ ਕਹਿਣਾ ਨਾ ਉੱਪਰ ਵਾਲੇ ਸਾਰੇ ਜਿਹੜੇ ਕਰਮ ਹੈ ਇਹਨਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸਭ ਫੋਕਟ ਨਿਸ਼ਚਉ, ਇਹ ਸਭ ਕਹਿੰਦੇ ਅਗਿਆਨਤਾ ਦੇ ਵਿੱਚ ਤੂੰ ਕੰਮ ਕੀਤੇ ਆ। ਮਹਾਰਾਜ ਫਰਮਾਉਂਦੇ ਅੰਧਕਾਰ ਸੁਖ ਕਬੇ ਨਾ ਸੋਈ ਹੈ। ਤੇ ਮੈਂ ਸੋਚ ਰਿਹਾ ਸੀਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੀ ਰੂਹੇ ਜ਼ਮੀਨ ਤੇ ਅਗਿਆਨਤਾ ਨੂੰ ਮਿਟਾਉਣ ਵਾਸਤੇ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨਾਨਕ ਮਿਟੀ ਧੁੰਦ, ਉਹ ਜਿਹੜੀ ਅਗਿਆਨਤਾ ਦੀ ਧੁੰਦ ਸੀ ਮਹਾਰਾਜ ਦੇ ਪ੍ਰਕਾਸ਼ ਦੇ ਨਾਲ, ਮਹਾਰਾਜ ਦੀਆਂ ਉਦਾਸੀਆਂ ਦੇ ਨਾਲ, ਮਹਾਰਾਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਮਿਟੀ ਧੁੰਦ ਜਗ ਚਾਨਣ ਹੋਵਾ, ਮਿਟੀ ਧੁੰਦ ਜਗ ਚਾਨਣ ਹੋਵਾ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਆ, ਕੂੜ ਅਮਾਵਸ, ਝੂਠ ਦੀ ਕਹਿੰਦੇ ਕਾਲੀ ਬੋਲੀ ਮੱਸਿਆ ਦੀ ਰਾਤ ਕਹਿੰਦੇ ਚੜੀ ਹੋਈ ਹੈ ਅਗਿਆਨਤਾ ਦੀ। ਅੰਧਕਾਰ ਸੁਖ ਕਬੇ ਨਾ ਸੋਈ ਹੈ, ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡੜਿਆ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਹਉ ਭਾਲ ਬਿਕੁੰਨੀ ਹੋਈ, ਆਧੇਰੇ ਰਾਹ ਨਾ ਕੋਈ। ਕਹਿੰਦੇ ਹਨੇਰੇ ਦੇ ਵਿੱਚ ਕਹਿੰਦੇ ਇੱਕ ਹੋਰ ਪ੍ਰਮਾਣ ਦੇ ਦਿਆਂ, ਬਾਬਾ ਕਬੀਰ ਜੀ ਨੂੰ ਪੁੱਛ ਲਈਏ। ਬਾਬਾ ਕਬੀਰ ਜੀ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ। ਦੇਖੋ ਕਿੱਡੀ ਵੱਡੀ ਅਗਿਆਨਤਾ, ਪੱਥਰਾਂ ਦੀਆਂ ਮੂਰਤੀਆਂ ਨੂੰ ਰੱਬ ਬਣਾ ਕੇ ਬਹਿ ਗਏ। ਮੇਰਾ ਨਹੀਂ ਬਚਨ ਹੈਗਾ, ਬਾਬਾ ਕਬੀਰ ਜੀ ਦਾ ਬਚਨ ਹੈ। ਉਹਨਾਂ ਦੇ ਸ਼ਲੋਕਾਂ ਦੇ ਵਿੱਚ ਆਉਂਦਾ, 3 ਸ਼ਲੋਕ ਉਹਨਾਂ ਦੇ ਇਕੱਠੇ ਹੁੰਦੇ ਆ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੇ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਬੂਢੇ ਕਾਲੀ ਧਾਰ, ਕਾਲੀ ਧਾਰ। ਜਦੋਂ ਸਮੁੰਦਰ ਦਾ ਪਾਣੀ ਗਹਿਰਾ ਹੁੰਦਾ ਨਾ ਤੇ ਉਹਦਾ ਰੰਗ ਕਾਲਾ ਹੋ ਜਾਂਦਾ,
ਜਿੰਨਾ ਤੁਸੀਂ ਸਮੁੰਦਰ ਦੇ ਵਿੱਚ ਗਹਿਰਾ ਜਾਓਗੇ ਉਹਦਾ ਰੰਗ ਨੀਲੇ ਤੋਂ ਬਦਲ ਕੇ ਕਾਲਾ ਹੋ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਤੂੰ ਉਸ ਡੂੰਘਾਈ ਦੇ ਵਿੱਚ ਜਾ ਕੇ ਡੁੱਬ ਜਾਵੇਂਗਾ ਜੇ ਤੂੰ ਪੱਥਰ ਨੂੰ ਕਹਿੰਦੇ ਮੂਰਤੀਆਂ ਨੂੰ ਤੂੰ ਕਹਿੰਦੇ ਪੂਜੇਗਾ ਤੇ ਉਹਨਾਂ ਨੂੰ ਰੱਬ ਮੰਨੇਗਾ। ਇੱਕ ਹੋਰ ਪ੍ਰਮਾਣ ਦੇ ਦਿਆ। ਬਾਬਾ ਕਬੀਰ ਜੀ ਕਹਿੰਦੇ ਕਬੀਰ ਕਾਗਜ਼ ਕੀ ਓਬਰੀ, ਕਿਉਂ ਅਗਿਆਨਤਾ ਆਈ ਸੀਗੀ? ਬਾਬਾ ਕਬੀਰ ਜੀ ਇਹਦੇ ਵਿੱਚ ਬਚਨ ਦੇ ਵਿੱਚ ਆਖਰੀ ਪੰਕਤੀ ਦੇ 3 ਅਕਸ਼ਰ ਦੱਸਦੇ ਆ। ਕਬੀਰ ਕਾਗਜ਼ ਕੀ ਓਬਰੀ, ਮਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਵੀ, ਪੰਡਤ ਪਾੜੀ ਵਾਟ। ਬਸ ਆਹ ਗੱਲ ਦਾ ਖਿਆਲ ਕਰਿਓ, ਪੰਡਤ ਪਾੜੀ ਵਾਟ। ਪੰਡਤਾਂ ਨੇ ਉਸ ਸਮੇਂ ਦੇ ਠੇਕੇਦਾਰਾਂ ਨੇ ਕੀ ਕੀਤਾ? ਜਿਹੜਾ ਰਸਤਾ ਧਰਮ ਨੂੰ ਜਾਣ ਵਾਲਾ ਸੀਗਾ ਉਸ ਰਸਤੇ ਨੂੰ ਪਾੜ ਦਿੱਤਾ ਤਾਂ ਜੋ ਲੁਕਾਈ ਜਿਹੜੀ ਹੈ ਕਰਮ ਕਾਂਡਾਂ ਵਿੱਚ ਫਸ ਜਾਵੇ। ਬਾਬਾ ਕਬੀਰ ਜੀ ਫਰਮਾਉਂਦੇ ਕਬੀਰ ਕਾਗਜ਼ ਕੀ ਓਬਰੀ, ਮਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਵੀ, ਪੰਡਤ ਪਾੜੀ ਬਾਟ। ਇਸੇ ਲਈ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ, ਕਹਿੰਦੇ ਉਹ ਧਰਮ ਦੇ ਠੇਕੇਦਾਰੋ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ। ਉਸ ਸਮੇਂ ਤਿੰਨੋਂ ਸੀ ਨਾ ਧਰਮ ਦੇ ਠੇਕੇਦਾਰ, ਜਿਹੜੇ ਕਹਿੰਦੇ ਸੀ ਅਸੀਂ ਜੋ ਕਰਦੇ ਆ ਉਹਦੇ ਨਾਲ ਇਦਾਂ ਹੋਣਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਓਏ, ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ। ਹੁਣ ਆਪਾਂ ਦੇਖ ਲਈਏ ਕਿ ਹਨੇਰਾ ਮਿਟਣਾ ਕਿੱਦਾਂ, ਇਹ ਜਿਹੜਾ ਅੰਧਕਾਰ ਹੈ ਉਹ ਕਿੱਦਾਂ ਮਿਟਣਾ। 3-4 ਪ੍ਰਮਾਣ ਦਿਆਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ, ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ। ਸ਼ਬਦ ਦਾ ਦੀਵਾ ਜਗਾ ਅੰਦਰ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਓਣ ਚਾਨਣ ਉਹ ਸੋਖਿਆ, ਉਹ ਸੋਖਿਆ ਤੇਰੀ ਅਗਿਆਨਤਾ ਨੂੰ ਉਹ ਖਤਮ ਕਰ ਦੇਵੇਗਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਓਣ ਚਾਨਣ ਉਹ ਸੋਖਿਆ, ਚੂਕਾ ਜਮਸਿਓ ਪਾਇਆ ਰਤਨ ਘਰਾਹੋ ਦੀਵਾ ਬਾਲਿਆ। ਤੇ ਜਦੋਂ ਦੀਵਾ ਬਲਦਾ ਤੇ ਕੀ ਹੁੰਦਾ? ਦੀਵਾ ਬਲੇ ਅੰਧੇਰਾ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ। ਮਹਾਰਾਜ ਕਹਿੰਦੇ ਇੱਕ ਹੋਰ ਪ੍ਰਮਾਣ ਲੈ ਲਈਏ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ। ਮਹਾਰਾਜ ਕਹਿੰਦੇ ਤੇਰੇ ਅੰਦਰ ਨਾ ਦੀਵਾ ਬਲਣਾ ਚਾਹੀਦਾ, ਲੇਕਿਨ ਕਿੱਦਾਂ ਬਲੇਗਾ? ਮਹਾਰਾਜ ਕਹਿੰਦੇ ਆਪਣੀ ਸੁਰਤ ਨੂੰ ਨਾ ਸ਼ਬਦ ਨਾਲ ਜੋੜ ਦੇ। ਕਹਿੰਦੇ ਬੜਾ ਔਖਾ ਸਾਧ ਸੰਗਤ ਜੀ, ਕਹਿਣਾ ਬਹੁਤ ਸੌਖਾ ਲੇਕਿਨ ਜੋੜਨਾ ਬਹੁਤ ਔਖਾ। ਸੁਰਤੀ ਸੁਰਤ ਰਲਾਈਏ ਏਤ, ਤਨ ਕਰ ਤੁਲਹਾ ਲੰਘੇ ਜੇਤ, ਅੰਤਰ ਪਾਹੇ ਤਿਸੇ ਤੂੰ ਰੱਖ, ਅਹਨਸ ਦੀਵਾ ਬਲੇ ਅਥਕ। ਤੇਰੇ ਅੰਦਰ ਫਿਰ ਦਿਨ ਰਾਤ ਜਲਨ ਵਾਲਾ ਦੀਵਾ ਨਾ ਜਿਹੜਾ ਕਦੀ ਮਿਟਣਾ ਨਹੀਂਗਾ, ਜਿਹੜਾ ਕਦੀ ਬੁਝਣਾ ਨਹੀਂਗਾ, ਉਹ ਤੇਰੇ ਅੰਦਰ ਦੀਵਾ ਬਲ ਪਵੇਗਾ। ਫਿਰ ਦੁਬਾਰਾ ਸ਼ਬਦ ਲਵਾਂ, ਸੁਰਤੀ ਸੁਰਤ ਰਲਾਈਏ ਏਤ, ਤਨ ਕਰ ਤੁਲਹਾ ਲੰਘੇ ਜੇਤ, ਅੰਤਰ ਪਾਹੇ ਤਿਸੇ ਤੂੰ ਰੱਖ। ਅੰਤਰ ਪਾਹੇ ਦੇ ਮੈਂ ਅਰਥ ਕਰ ਦਿਆਂ, ਇੱਕ ਅੱਗ ਸਾਡੇ ਅੰਦਰ ਉਹ ਹੈ ਜਿਹੜੀ ਸਾਨੂੰ ਵੀ ਸਾੜਦੀ ਹੈ ਤੇ ਲੋਕਾਂ ਨੂੰ ਵੀ ਸਾੜਦੀ ਹੈ। ਠੀਕ ਹੈ ਜੀ। ਤੇ ਇੱਕ ਅੱਗ ਸਾਡੇ ਅੰਦਰ ਉਹ ਹੈ ਜਿਹਨੂੰ ਨਾਮ ਦੀ ਅੱਗ ਕਿਹਾ ਗਿਆ। ਉਹ ਅੱਗ ਜਿਹੜੀ ਹੈ ਨਾ ਉਹ ਸਾਨੂੰ ਵੀ ਸ਼ਾਂਤੀ ਦਿੰਦੀ ਹੈ ਤੇ ਜਿੱਥੇ ਅਸੀਂ ਬਹਿੰਦੇ ਹਾਂ ਉਹਦਾ ਆਸਾ ਪਾਸਾ ਜਿਹੜਾ ਵਾਤਾਵਰਨ ਉਹਨੂੰ ਵੀ ਸ਼ਾਂਤ ਕਰਦੀ ਹੈ। ਇਹ ਉਸ ਅੱਗ ਦੀ ਗੱਲ ਕੀਤੀ ਮਹਾਰਾਜ ਨੇ। ਅੰਤਰ ਪਾਹੇ ਤਿਸੇ ਤੂੰ ਰੱਖ, ਅਹਨਸ ਦੀਵਾ ਬਲੇ ਅਥਕ, ਐਸਾ ਦੀਵਾ ਨੀਰ ਤਰਾਏ, ਜਿਤ ਦੀਵੇ ਸਭ ਸੋਜੀ ਪਾਏ। ਜਿਤ ਦੀਵੇ ਸਭ ਸੋਜੀ ਪਾਏ, ਤੈਨੂੰ ਤ੍ਰਿਭਵਨਾ ਦੀ ਸੋਜੀ ਹੋ ਜਾਵੇਗੀ ਔਰ ਤੇਰੇ ਅੰਦਰ ਦਾ ਹਨੇਰਾ ਜਿਹੜਾ ਉਹ ਖਤਮ ਹੋ ਜਾਵੇਗਾ। ਮਹਾਰਾਜ ਫਰਮਾਉਂਦੇ ਅੰਧਕਾਰ ਸੁਖ ਕਬੇ ਨਾ ਸੋਈ ਹੈ। ਅਗਿਆਨਤਾ ਦੇ ਵਿੱਚ ਤੂੰ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦਾ, ਅਗਿਆਨਤਾ ਦੇ ਵਿੱਚ ਆਨੰਦ ਨਹੀਂ ਪ੍ਰਾਪਤ ਕਰ ਸਕਦਾ, ਅਗਿਆਨਤਾ ਦੇ ਵਿੱਚ ਤੂੰ ਸਹਿਜ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ, ਅਗਿਆਨਤਾ ਦੇ ਵਿੱਚ ਪਰਮਾਤਮਾ ਨਾਲ ਤੇਰੀ ਨਜ਼ਦੀਕੀ ਨਹੀਂ ਹੋ ਸਕਦੀ, ਅਗਿਆਨਤਾ ਦੇ ਵਿੱਚ ਤੇਰੀ ਪਰਮਾਤਮਾ ਨਾਲ ਅਭੇਦਤਾ ਨਹੀਂ ਹੋ ਸਕਦੀ। ਇਹ ਅਰਥ ਦੇ ਕਰਨੇ ਆ।
ਕੱਲਾ ਸੌਣ ਤੱਕ ਨਹੀਂ ਸੀਮਤ ਰਹਿਣਾ। ਅੰਧਕਾਰ ਸੁਖ ਕਬੇ ਨਾ ਸੋਈ ਹੈ, ਰਾਜਾ ਰੰਕ। ਹੁਣ ਰਾਜਾ ਕਿਹੜਾ ਜੀ? ਇੱਕ ਤੇ ਰਾਜਾ, ਚਲੋ ਅਸੀਂ ਅੱਖਰੀ ਅਰਥ ਕਰ ਦਿੰਦੇ ਹਾਂ, ਵੈਸੇ ਵਿਦਵਾਨਾਂ ਨੇ ਅੱਖਰੀ ਅਰਥ ਇਹੋ ਹੀ ਕੀਤੀ ਆ ਵੀ ਰਾਜਾ ਤੇ ਗਰੀਬ ਉਹਨੂੰ ਕਹਿੰਦੇ ਜਿਹੜਾ ਹੈਗਾ ਦੋਨੋਂ ਮਿਲ ਕੇ ਰੋਂਦੀ ਹੈ। ਰਾਜੇ ਦੇ ਮੈਨੂੰ ਜੋ ਆਪਣੇ ਆਪ ਨੂੰ ਮਹਿਸੂਸ ਹੋਇਆ ਅਰਥ, ਕਿਉਂਕਿ ਮੈਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਵੀ ਦੇਖਿਆ, ਦਮਦਮੀ ਟਕਸਾਲ ਦਾ ਟੀਕਾ ਅਮੀਰ ਭੰਡਾਰ ਨੂੰ ਵੀ ਦੇਖਿਆ, ਗਿਆਨੀ ਹਰਬੰਸ ਸਿੰਘ ਨੂੰ ਵੀ ਦੇਖਿਆ, ਫਰੀਦ ਕੋਟੀਆਂ ਨੂੰ ਵੀ ਦੇਖ ਕੇ ਆਇਆ, ਲੇਕਿਨ ਮੈਨੂੰ ਕੀ ਲੱਗ ਰਿਹਾ ਰਾਜੇ ਦੇ ਅਰਥ ਕੀ ਹੈ? ਰਾਜੇ ਕੋਲ ਨੈਚੁਰਲੀ ਰਾਜਾ ਅਮੀਰ ਹੁੰਦਾ, ਇਹ ਤੇ ਪਤਾ ਹੀ ਹੈ, 4 ਕੌਡੀਆਂ ਹੁੰਦੀਆਂ। ਜਿਸ ਇਨਸਾਨ ਦੇ ਕੋਲ ਦੁਨਿਆਵੀ ਗਿਆਨ ਦੇ ਨਾਲ ਰੱਜਿਆ ਹੋਇਆ ਹੈ ਪਰੰਤੂ ਰੂਹਾਨੀਅਤ ਗਿਆਨ ਨਹੀਂ ਹੈ, ਆਹ ਅਰਥ ਕਰਨੇ ਰਾਜੇ ਦੇ। ਦੁਨਿਆਵੀ ਗਿਆਨ ਦੇ ਨਾਲ ਕਿਤਾਬਾਂ ਪੜ੍ਹ ਕੇ ਰੱਜਿਆ ਹੋਇਆ ਲੇਕਿਨ ਰੂਹਾਨੀਅਤ ਗਿਆਨ ਨਹੀਂ ਹੈ। ਜਿਸ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਬੈਠਾ ਦੁਨਿਆਵੀ ਗਿਆਨ ਨਾਲ ਰੱਜਿਆ ਹੋਇਆ ਲੇਕਿਨ ਰੂਹਾਨੀਅਤ ਗਿਆਨ ਨਹੀਂ ਆ, ਉਹ ਰਾਜਾ ਹੈ। ਸਮਝ ਗਏ ਨਾ? ਮਹਾਰਾਜ ਕਹਿੰਦੇ ਰਾਜਾ ਰੰਕ, ਰੰਕ ਦੇ ਅੱਖਰੀ ਅਰਥ ਹੈ ਕੰਗਾਲ, ਤੇ ਜਿਹੜਾ ਹਰ ਪਾਸਿਓਂ ਗਰੀਬ ਹੈ, ਨਾ ਤੇ ਉਹਦੇ ਕੋਲ ਦੁਨਿਆਵੀ ਗਿਆਨ ਹੈ ਤੇ ਨਾ ਉਹਦੇ ਕੋਲ ਰੂਹਾਨੀਅਤ ਦਾ ਗਿਆਨ ਹੈ। ਮਹਾਰਾਜ ਕਹਿੰਦੇ ਹੈ ਜਿਹਨੇ ਦੁਨਿਆਵੀ ਕਿਤਾਬਾਂ ਪੜ੍ਹੀਆਂ, ਪੜ੍ਹ ਕੇ ਗਿਆਨ ਇਕੱਠਾ ਕੀਤਾ, ਜਿਹਨੂੰ ਮਹਾਰਾਜ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਉਹਨੇ ਦੁਨਿਆਵੀ ਗਿਆਨ ਇਕੱਠਾ ਕੀਤਾ ਪਰ ਰੂਹਾਨੀਅਤ ਦੀ ਚਿੰਨ੍ਹ ਮਾਤਰ ਨਹੀਂ ਹੈ। ਤੇ ਰੰਕ ਜਿਹੜਾ ਜਿਹਦੇ ਕੋਲ ਨਾ ਦੁਨਿਆਵੀ ਗਿਆਨ ਹੈ ਨਾ ਰੂਹਾਨੀਅਤ ਦਾ ਗਿਆਨ ਹੈ, ਉਹ ਕੰਗਾਲ ਹੈ, ਦੋ ਮਿਲ ਰੋਈ ਹੈ। ਦੋਨਾਂ ਦੇ ਹਾਲਾਤ ਕੀ ਹੋਣੇ ਆ? ਉਹਨਾਂ ਨੇ ਜਦੋਂ ਇੱਥੋਂ ਜਾਣਾ ਨਾ, ਉਹਨਾਂ ਨੇ ਰੋ ਕੇ ਹੀ ਜਾਣਾ, ਰੋਂਦਿਆਂ ਉਹਨਾਂ ਦੀ ਸਾਰੀ ਉਮਰ ਜਿਹੜੀ ਹੈ ਲੰਘ ਜਾਣੀ ਹੈ। ਅੰਧਕਾਰ ਸੋ ਕਬੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਅਗਲੇ ਫਿਰ ਰਹਾਉ ਦੀ ਪੰਕਤੀ ਆਪਾਂ ਪੜ੍ਹ ਕੇ ਫਿਰ ਅੱਗੇ ਚੱਲਾਂਗੇ। ਜੋ ਪੇ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਬਤ ਰਹਿਬੋ ਰਹਾਉ। ਅੱਗੇ ਮਹਾਰਾਜ ਫਰਮਾਉਂਦੇ ਜਸ ਦੇਖੀਐ ਤਰਵਰ ਕੀ ਛਾਇਆ। ਜਿਸ ਤਰ੍ਹਾਂ ਕਹਿੰਦੇ ਅਸੀਂ ਦੇਖਦੇ ਹਾਂ ਦਰਖਤ ਦੀ ਜਿਹੜੀ ਸ਼ਾਮ ਹੈ, ਉਹ ਕਹਿੰਦੇ ਸਵੇਰੇ ਦੇਖਦੇ ਆ ਤੇ ਕਿਸੇ ਪਾਸੇ ਨੂੰ ਹੈ, ਦੁਪਹਿਰੇ ਦੇਖਦੇ ਆ ਕਿਸੇ ਪਾਸੇ ਨੂੰ ਹੈ, ਸ਼ਾਮ ਨੂੰ ਦੇਖਦੇ ਆ ਕਿਸੇ ਪਾਸੇ ਨੂੰ ਹੈ। ਉਹ ਛਾਂ ਜਿਹੜੀ ਹੈ ਇੱਕ ਥਾਂ ਤੇ ਸਥਿਰ ਨਹੀਂ ਹੈ, ਇੱਕ ਥਾਂ ਤੇ ਟਿਕੀ ਹੋਈ ਨਹੀਂ ਹੈ। ਜਸ ਦੇਖੀਏ ਤਰਵਰ ਕੀ ਛਾਇਆ, ਪ੍ਰਾਣ ਗਏ। ਓਏ ਭਲਿਆ ਜਦੋਂ ਤੇਰਾ ਸਰੀਰ ਬਿਨਸ ਗਿਆ, ਸਵਾਸ ਨਿਕਲ ਗਏ। ਇਹ ਜਿਹੜੀ ਮਾਇਆ ਦੇ ਵਾਸਤੇ ਤੂੰ ਇੰਨਾ ਮਾਇਆ ਇਕੱਠੀ ਕੀਤੀ ਹੈ, ਇਹ ਮਾਇਆ ਦੇ ਵਾਸਤੇ ਪਾਪ ਕੀਤੇ ਹੈ, ਉਹ ਕਹਿੰਦੇ ਤੇਰੀ ਮਾਇਆ ਕਿੱਥੇ ਕੰਮ ਆਵੇਗੀ? ਤੇ ਮਹਾਰਾਜ ਕਹਿੰਦੇ ਖਸਮ ਮਰੇ ਤੋ ਨਾਰ ਨਾ ਰੋਵੇ। ਖਸਮ ਮਰ ਗਿਆ, ਨਾਰ ਦੀ ਅੱਖਰੀ ਅਰਥ ਹੈ ਮਾਇਆ ਪੈਸਾ। ਖਸਮ ਮੈਨੇ ਉਹਦਾ ਮਾਲਕ, ਉਹ ਖਸਮ ਨਹੀਂ ਜਿਹੜਾ ਅਸੀਂ ਬਾਹਰਲਾ ਕਹਿੰਦੇ ਆ ਇੱਕ ਔਰਤ ਦੇ ਇੱਕ ਉਹਦਾ ਖਸਮ ਨਹੀਂ। ਇੱਥੇ ਅੱਖਰੀ ਅਰਥ ਹੋਰ ਹੈ, ਲੇਕਿਨ ਜਦੋਂ ਭਾਵ ਅਰਥ ਕਰਾਂਗੇ ਮਾਇਆ ਦਾ ਜਦੋਂ ਪਤੀ ਮਰ ਗਿਆ ਤੇ ਮਾਇਆ ਕਹਿੰਦੀ ਜਾ ਦਫਾ ਹੋ, ਮੈਨੂੰ ਤਾਂ ਕੋਈ ਹੋਰ ਖਸਮ ਆ ਜਾਣਾ। ਬਾਪ ਦੀ ਮੌਤ ਤੋਂ ਬਾਅਦ ਉਹਦੀ ਕਮਾਈ ਦਾ ਜਿਹੜਾ ਮਾਲਕ ਹੈ ਉਹ ਉਹਦੇ ਬੱਚੇ ਆ, ਉਹਦੀਆਂ ਧੀਆਂ ਪੁੱਤ ਹੈ। ਮਹਾਰਾਜ ਇੱਥੇ ਕਹਿੰਦੇ ਖਸਮ ਮਰੇ ਤਾਂ ਨਾਰ ਨਾ ਰੋਵੇ। ਮਾਇਆ ਦੀ ਪਰਿਭਾਸ਼ਾ ਲੈ ਲਈਏ, ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਮਾਇਆ ਦੇ ਵਿੱਚ ਇਨਸਾਨ ਬੰਦੇ ਨੂੰ ਬੰਦਾ ਨਹੀਂ ਉਹ ਸਮਝਦਾ। ਮਾਇਆ ਜਿਹਦੇ ਕੋਲ ਹੈ ਬੰਦੇ ਨੂੰ ਬੰਦਾ ਨਹੀਂ ਉਹ ਸਮਝਦਾ। ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਇਸ ਲਈ ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਬਾਬਾ ਕਬੀਰ ਜੀ ਕਹਿੰਦੇ ਕਬੀਰ ਆਈ ਮੁਝੇ ਪੈ, ਅਨੇਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ। ਕਹਿੰਦੇ ਮਾਇਆ ਮੇਰੇ ਕੋਲ ਵੀ ਆਈ ਜੀ ਬੜੇ ਰੂਪ ਧਾਰਨ ਕਰਕੇ। ਮੈਂ ਜਾ ਕੇ ਆਪਣੇ ਗੁਰੂ ਨੂੰ ਕਿਹਾ ਗੁਰੂ ਮੈਨੂੰ ਇਹਦੇ ਤੋਂ ਬਚਾ, ਤੇ ਗੁਰੂ ਨੇ ਕਿਹਾ ਮੈਨੂੰ ਮੱਥਾ ਟੇਕ। ਮੈਂ ਗੁਰੂ ਨੂੰ ਮੱਥਾ ਟੇਕਿਆ ਤੇ ਜਾਂਦੀ ਜਾਂਦੀ ਮਾਇਆ ਮੈਨੂੰ ਮੱਥਾ ਟੇਕ ਗਈ। ਮੈਂ ਪੁੱਛਿਆ ਮਾਇਆ ਨੂੰ ਮੈਨੂੰ ਕਿਉਂ ਟੇਕਿਆ? ਕਹਿੰਦੀ ਤੇਰਾ ਗੁਰੂ ਬੜਾ ਬਲਵਾਨ ਹੈ, ਕਹਿੰਦੀ ਤੇਰਾ ਗੁਰੂ ਬੜਾ ਬਲਵਾਨ ਹੈ। ਤੇਰਾ ਗੁਰੂ ਜਿਹੜਾ ਉਹ ਤੈਨੂੰ ਤੱਤੀ ਹਵਾ ਨਹੀਂ ਉਹ ਲੱਗਣ ਦਿੰਦਾ, ਤੱਤੀ ਤਾਤੀ ਫੌ ਨਾ ਲੱਗੀ
पार ब्रह्म सरनाई, चौगिरद हमारे रामकार, दुख लगे ना भाई सतगुर पूरा भेटिया जिन बनत बनाई। महाराज कहते, बाबा कबीर जी कहते, कबीर आई मुझे पे अनेक करे कर भेस, हम राखे गुर अपने, हम राखे गुर अपने, उन कीनो आदेश। जांदियां जांदियां माया मैनू मत्था टेक गई। फिर अगे महाराज फरमाउंदे, जस जंती मैं जियो समाना। जिस तरह एक वाजा वजाउण वाला ਜਦੋਂ ਵਾਜਾ ਵਜਾਉਂਦਾ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਜਦੋਂ ਵਾਜੇ ਤੋਂ ਹੱਥ ਚੱਕ ਲੈਂਦਾ ਉਹ ਆਵਾਜ਼ ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਜਸ ਜੰਤੀ ਮੈਂ ਜਿਉ ਸਮਾਨਾ, ਮੂਏ ਮਰਮ ਕੋ ਭੇਦ, ਮੂਏ ਮਰਮ ਕੋ ਕਾ ਕਰ ਜਾਣਾ। ਕਹਿੰਦਾ ਫਿਰ ਜਿਹੜਾ ਇਨਸਾਨ ਮਰ ਗਿਆ ਉਹਦੇ ਭੇਤ ਨੂੰ ਕਹਿੰਦੇ ਕੌਣ ਜਾਣ ਸਕਦਾ ਕਿ ਉਹ ਕਿੱਥੇ ਗਿਆ। ਜਿੱਦਾਂ ਇੱਕ ਵਾਜਾ ਵਜਾਉਣ ਵਾਲਾ ਉਹਦੀ ਜਿਹੜੀ ਆਵਾਜ਼ ਹੈ ਉਹਦੇ ਬਾਰੇ ਸਾਨੂੰ ਨਹੀਂ ਪਤਾ, ਲੇਕਿਨ ਉਹਦੀ ਆਵਾਜ਼ ਉਹਦੇ ਵਿੱਚ ਹੀ ਸਮਾ ਗਈ। ਉਹ ਕਿੱਥੇ ਸਮਾਈ, ਕਿਸ ਜਗ੍ਹਾ ਤੇ ਬੈਠੀ, ਸਾਨੂੰ ਨਹੀਂ ਪਤਾ ਵਾਜੇ ਦੀ। ਇਸੇ ਤਰ੍ਹਾਂ ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਉਹਦੇ ਮੌਤ ਦੇ ਭੇਤ ਨੂੰ ਕੌਣ ਜਾਣ ਸਕਦਾ। ਮਾਫ ਕਰਨਾ, ਸਾਡੇ ਪਿੰਡਾਂ ਦੇ ਵਿੱਚ ਲੋਕ ਨਾ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਨਾ, ਚਾਰ ਛਿਲੜਾਂ ਦੀ ਖਾਤਰ ਕਹਿ ਦੇਣਗੇ ਬਾਪੂ ਸਵਰਗਵਾਸੀ ਹੈ। ਮੈਂ ਬਹੁਤ ਵਾਰ ਕਿਹਾ, ਬਾਣੀ ਕਹਿੰਦੀ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਇੱਕ ਹੋਰ ਪ੍ਰਮਾਣ ਦਿਆਂ, ਮਹਾਰਾਜ ਕਹਿੰਦੇ, ਇੱਕ ਦੱਜੇ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਪ ਈ ਕਿੱਥੇ ਜਾਏ। ਉਹ ਕਿੱਥੇ ਜਾਇਆ ਕਹਿੰਦੇ, ਕਿੱਥੇ ਪਹੁੰਚਿਆ ਕਹਿੰਦੇ। ਇੱਕ ਨਾ ਮੈਂ ਕਿਸੇ ਮੌਤ 'ਤੇ ਗਿਆ, ਮੈਨੂੰ ਫੋਨ ਆਇਆ ਪਿੰਡ ਦਾ, ਕਹਿੰਦੇ ਸਰਪੰਚ ਦੀ ਚੜ੍ਹਾਈ ਕਰ ਗਏ ਅਤੇ ਕਹਿੰਦੇ ਆ ਜਿਓ ਸੰਸਕਾਰ 'ਤੇ। ਮੈਂ ਕਿਹਾ ਚਲੋ ਠੀਕ ਹੈ। ਹੁਣ ਮੈਨੂੰ ਪਤਾ ਸੀ ਉਹ ਸਰਪੰਚ ਉਹਦੇ ਨਾਲ ਜੁੜਿਆ ਹੋਇਆ ਜਿਹੜੇ ਨਾ ਕੰਨਾਂ ਦੇ ਵਿੱਚ ਫੂਕਾਂ ਮਾਰਦੇ ਆ ਅਤੇ ਕਹਿੰਦੇ ਤੈਨੂੰ ਅਸੀਂ ਕੰਨ ਵਿੱਚ ਫੂਕ ਮਾਰ ਕੇ ਨਾਮ ਦੇਣਾ। ਅਤੇ ਗੁਰਦੁਆਰੇ ਸਾਰੀ ਉਮਰ ਗਿਆ ਨਹੀਂ, ਤੇ ਜਦੋਂ ਉਹਦੀ ਡੈੱਡ ਬੋਡੀ ਚੱਕੀ ਤਾਂ ਗੁਰਦੁਆਰੇ ਮੱਥਾ ਟਿਕਾਉਣ ਦੇ ਆ, ਬਾਹਰੋਂ ਉਹਨੂੰ ਨੀਵਾਂ ਕਰ ਰਹੇ ਆ। ਕਮਾਲ ਦੀ ਗੱਲ ਹੈ। ਮੈਂ ਕਿਹਾ ਮਹਾਰਾਜ ਕਹਿੰਦੇ ਹੈ, ਇੱਕ ਦੱਜੇ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਪ ਈ ਕਿੱਥੇ ਜਾਏ। ਕੁਛ ਸਾੜਦੇ ਆ, ਕੁਛ ਮਿੱਟੀ ਵਿੱਚ ਦਬਾਉਂਦੇ ਆ, ਕੁਛ ਪਾਣੀ ਵਿੱਚ ਰੋੜਦੇ ਆ, ਕੋਈ ਜਿਹੜਾ ਖੂਹ ਹੈ ਉਹਦੇ ਕਿਨਾਰੇ ਤੇ ਰੱਖਦੇ ਆ ਤਾਂ ਜੋ ਪੰਛੀ ਜਿਹੜੇ ਆ ਉਹ ਖਾ ਲੈਣ। ਮਹਾਰਾਜ ਕਹਿੰਦੇ ਨਾਨਕ ਏਵ ਨਾ ਜਪ ਈ ਕਿੱਥੇ ਜਾਏ ਸਮਾਏ। ਆਖਰੀ ਪੰਕਤੀ ਮਹਾਰਾਜ, ਹੰਸਾ ਸਰਵਰ ਕਾਲ ਸਰੀਰ। ਬੜੀ ਮਹਿੰਗੀ ਪੰਕਤੀ ਆ ਜੀ। ਜਿਸ ਤਰ੍ਹਾਂ ਹੰਸ ਮਾਨ ਸਰੋਵਰ ਨੂੰ ਨਹੀਂ ਛੱਡ ਸਕਦਾ ਕਿਉਂਕਿ ਉਹਦੀ ਖੁਰਾਕ ਉੱਥੇ ਹੈ, ਉਹਨੇ ਮੋਤੀ ਉੱਥੋਂ ਹੀ ਚੁਗਨੇ ਹੈ। ਹੰਸ ਦਾ ਮਾਨ ਸਰੋਵਰ ਦੇ ਨਾਲ ਪਿਆਰ ਹੈ, ਇਸ ਤਰ੍ਹਾਂ ਮੌਤ ਦਾ ਸਰੀਰ ਦੇ ਨਾਲ ਪਿਆਰ ਹੈ। ਇਸ ਤਰ੍ਹਾਂ ਮੌਤ ਦਾ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ, ਜਿਹੜਾ ਆਪਾਂ ਸ਼ਬਦ ਲਿਆ ਸੀ ਉਹਦੀਆਂ ਅਗਲੀਆਂ ਪੰਕਤੀਆਂ ਰਹਾਉ ਤੋਂ ਬਾਅਦ ਆਉਂਦੀਆਂ। ਮਹਾਰਾਜ ਕਹਿੰਦੇ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ, ਕਾਲ ਬਿਆਲ ਜਿਉ ਪਰਿਉ ਡੋਲੇ ਮੁਖ ਪਸਾਰੇ, ਆਜ ਕਾਲ ਫੁਨ ਤੋਹੇ ਗਰਸ ਹੋ ਸਮਝ ਰੱਖੋ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਹ ਕਾ, ਬਿਲਮ ਨ ਕਰਿਓ ਮੀਤ, ਨਹਿ ਬਾਰਿਕ ਨਹਿ ਜੋਬਨੇ, ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹੀਂ ਬੂਝਿਐ ਜੋ ਆਏ ਪਰੇ ਜਮ। ਮਹਾਰਾਜ ਫਰਮਾਉਂਦੇ, ਹੰਸਾ ਸਰਵਰ ਕਾਲ ਸਰੀਰ, ਕਾਲ ਸਰੀਰ, ਮੌਤ ਨੇ ਸਰੀਰ ਨੂੰ ਆਪਣੀ ਗਿਰਫਤ ਵਿੱਚ ਲੈਣਾ ਹੀ ਲੈਣਾ ਹੈ ਕਿਉਂਕਿ ਮੌਤ ਦਾ ਉਹਦੇ ਨਾਲ ਪਿਆਰ ਹੈ। ਜਿਵੇਂ ਇੱਕ ਹੰਸ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ, ਉਹ ਮਾਨ ਸਰੋਵਰ ਤੋਂ ਬਗੈਰ ਨਹੀਂ ਰਹਿ ਸਕਦਾ। ਮਹਾਰਾਜ ਆਖਰੀ ਪੰਕਤੀ ਵਿੱਚ ਸਾਨੂੰ ਉਪਦੇਸ਼ ਕਰਦੇ ਆ, ਰਾਮ ਰਸਾਇਣ ਪਿਓ ਰੇ ਕਬੀਰ, ਉਸ ਪਰਿਪੂਰਨ ਪਰਮਾਤਮਾ ਦਾ ਰਾਮ ਰਸਾਇਣ, ਰਾਮ ਰੂਪੀ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ ਨੂੰ ਸਿੱਖਾ ਪੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਬਿ ਹੈ ਨਾ ਵਿਆਪੈ।
ਚਿੰਤਾ ਬਹੁਤ ਬਹੁਤ ਧੰਨਵਾਦ ਹੈ। ਇਸ ਅਸਥਾਨ ਦੇ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਆਈਆਂ ਹੋਈਆਂ ਸੰਗਤਾਂ ਦਾ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜੋ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਇਸ ਨਾਚੀਜ਼ ਨੂੰ ਆਪ ਜੀ ਦੇ ਚਰਨ ਪਰਸਣ ਦਾ ਮੌਕਾ ਦਿੰਦੇ। ਹੋਈਆਂ ਭੁੱਲਾਂ ਚੁੱਕਾਂ ਦੱਸਦੀਆਂ, ਅਗਰ ਕੋਈ ਆਪ ਜੀ ਨੂੰ ਗੱਲ ਅੱਛੀ ਲੱਗੀ ਹੋਵੇ ਉਹ ਆਪ ਜੀ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰ ਲੈਣੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ।